हाँ जी, मैनू भी इंज समझ आ रहा है कि ये ਜਿਹੜੇ 6 ਘਰਾਂ ਦੀ ਗੱਲ ਕੀਤੀ ਹੈ ਇਹ ਬੇਸਿਕਲੀ ਸਾਡੇ ਇੰਦਰੀਆਂ ਦੀ ਗੱਲ ਕੀਤੀ ਹੈ। ਸਾਡੇ ਤੇ ਸਾਡੀਆਂ ਇੰਦਰੀਆਂ ਨੂੰ ਇੱਥੇ ਗੁਰੂ ਪਾਤਸ਼ਾਹ ਨੇ 6 ਕਿਹਾ ਹੈ ਕਿਉਂਕਿ ਇਹ ਦੇਖਣ ਨੂੰ ਕਈਆਂ 5 ਜਾਂਦੀਆਂ ਨੇ ਬਟ 5 ਵਰਕਿੰਗ ਨਹੀਂ ਕਰ ਸਕਦੀਆਂ ਜਦ ਤੱਕ ਇਹਨਾਂ ਨਾਲ 6ਵੀਂ ਮਤਲਬ ਸੁਰਤ ਨਹੀਂ ਲੱਗੀ ਰਹਿੰਦੀ। ਜਦੋਂ ਅਸੀਂ ਅੱਖਾਂ ਨਾਲ ਵੇਖਣਾ ਹੈ ਤਾਂ ਵੀ ਵੇਖਣ ਲਈ ਸਾਨੂੰ ਸੁਰਤ ਚਾਹੀਦੀ ਹੈ, ਸੁਣਨਾ ਹੈ ਸੁਣਨ ਲਈ ਵੀ ਸਾਨੂੰ ਸੁਰਤ ਚਾਹੀਦੀ ਹੈ, ਬੋਲਣਾ ਹੈ ਕੋਈ ਵੀ ਟੇਸਟ ਲੈਣਾ ਹੈ ਤੇ ਉਸ ਦਾ ਸਾਨੂੰ ਇੱਕ ਸੁਰਤ ਸਾਨੂੰ ਇੱਕ ਗਿਆਨ ਚਾਹੀਦਾ ਹੈ ਜਿਹੜਾ ਸਾਨੂੰ ਦੱਸੇਗਾ ਕਿ ਇਹ ਦੇਖਣ ਵਿੱਚ ਇਹਦਾ ਆਕਾਰ ਕੈਸਾ ਹੈ, ਸੁਣਨ ਵਿੱਚ ਇਹਦੀ ਆਵਾਜ਼ ਕੈਸੀ ਹੈ, ਕੁਝ ਵੀ ਜੋ ਵੀ ਅਸੀਂ ਸੁਣਦੇ ਹਾਂ ਉਹਨਾਂ ਨੂੰ ਸੁਣਨ ਲਈ ਇੱਕ ਪਿੱਛੇ ਇੱਕ ਸੁਰਤ ਚਾਹੀਦੀ ਹੈ। ਸੋ ਜਿਹੜਾ 6ਵਾਂ ਹੈ ਉਹ ਨਾਲ ਸੁਰਤ ਰਲਾਈ ਗੁਰੂ ਪਾਤਸ਼ਾਹ ਨੇ ਇੱਥੇ ਸਾਨੂੰ ਜਦੋਂ ਸਾਡੇ ਬਾਰੇ ਦੱਸਿਆ ਤੇ ਮੈਨੂੰ ਇਸ ਪਹਿਲੀ ਪੰਕਤੀ ਤੋਂ ਇਸ ਤਰੀਕੇ ਨਾਲ ਸਮਝ ਆਇਆ ਸੀ ਕਿ ਜਦੋਂ ਮਨ ਇੱਕ ਅਸੀਂ ਇਹ ਕਹਿੰਦੇ ਹਾਂ ਕਿ ਮੈਨੂੰ ਸਮਝ ਆਈ, ਸੋ ਮੈਨੂੰ ਸਮਝ ਆਈ ਦਾ ਕੀ ਮਤਲਬ ਹੈ ਮੈਂ ਆਪਣੇ ਆਪ ਨੂੰ ਹੀ ਕੁਐਸਚਨ ਪਾਉਂਦੀ ਹਾਂ ਕਿ ਤੂੰ ਕੀ ਕਹਿਨੀ ਹੈ ਕਿ ਤੈਨੂੰ ਸਮਝ ਆਈ, ਮੇਰੀ ਸਮਝ ਵਿੱਚ ਇਹ ਆਇਆ, ਸੋ ਉਸਦਾ ਕੀ ਭਾਵ ਹੈ। ਤੇ ਜਦੋਂ ਮੈਂ ਇਸ ਪੰਕਤੀ ਨੂੰ ਦੇਖ ਰਹੀ ਸੀ 6 ਘਰ 6 ਗੁਰ 6 ਉਪਦੇਸ਼ ਤੇ ਮੈਨੂੰ ਹੁਣ ਪੂਰੇ ਸ਼ਬਦ ਤੋਂ ਇਸ ਤਰੀਕੇ ਨਾਲ ਸਮਝ ਆ ਰਿਹਾ ਹੈ ਕਿ ਜਦੋਂ ਮੈਂ ਆਪਣੇ ਗਿਰੀਵਾਨ ਵਿੱਚ ਝਾਂਕਣਾ ਸ਼ੁਰੂ ਕੀਤਾ, ਗਿਰੀਵਾਨ ਵਿੱਚ ਝਾਂਕਣ ਲਈ ਮੈਨੂੰ ਸਿਰ ਨੀਵਾਂ ਕਰਨਾ ਪਿਆ, ਸਿਰ ਨੀਵਾਂ ਕਰਨਾ ਆਪਣੀ ਹਉਮੈ ਨੂੰ ਥੱਲੇ ਉਤਾਰਨਾ, ਹਉਮੈ ਜਦ ਤੱਕ ਥੱਲੇ ਨਹੀਂ ਉਤਾਰੀ ਮੈਂ ਆਪਣੇ ਅੰਦਰ ਸਵੈ ਪਰਚੋਲ ਜਿਹਨੂੰ ਬਾਰ-ਬਾਰ ਗੁਰੂ ਪਾਤਸ਼ਾਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਜਾਂ ਇਸ ਮਨ ਕੋ ਕੋਈ ਖੋਜੋ ਪਾਈ ਜਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜਾਣੂ ਨਾਹੀ ਭਾਵੇਂ ਕਵਨ ਬਾਤਾਂ ਮਨ ਖੋਜ ਮਾਰਗ। ਸੋ ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਰਾਹ ਦਿੱਤਾ ਹੈ ਮਨ ਨੂੰ ਖੋਜਣ ਦਾ ਰਾਹ। ਕਿਉਂ ਦਿੱਤਾ ਹੈ ਮਨ ਨੂੰ ਖੋਜਣ ਦਾ ਰਾਹ? ਮੈਂ ਉਹ ਲੱਭ ਰਹੀ ਸੀ ਕਿ ਜਦੋਂ ਮੈਂ ਜਦ ਤੱਕ ਲੱਭਿਆ ਨਹੀਂ ਸੀ, ਜਦੋਂ ਤੱਕ ਇਹ ਸੁਭਾਅ ਨਹੀਂ ਸੀ, ਇਹ ਸਮਝ ਨਹੀਂ ਸੀ, ਇਹ ਗਿਆਨ ਨਹੀਂ ਸੀ ਕਿ ਕਦੇ ਆਪਣੇ ਅੰਦਰ ਵੀ ਖੋਜਣਾ ਹੈ, ਬਸ ਇੱਕ ਅੰਨੇ ਰਾਹ ਤੁਰੇ ਜਾਣਾ ਜਿਵੇਂ ਕੋਈ ਨਹੀਂ ਪਤਾ ਸੀ ਕਿਹੜੀ ਚਾਲ ਚੱਲ ਰਹੀ ਹਾਂ। ਪਰ ਜਦੋਂ ਦਾ ਮਨ ਨੀਵਾਂ ਵਾਲਾ ਅਕਲ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਆਇਆ ਤੇ ਫਿਰ ਕੀ ਨਜ਼ਰ ਆਇਆ, ਅੰਦਰ 2 ਆਈਡੈਂਟੀਟੀ ਨੇ। ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਵੀ ਗੁਰੂ ਪਾਤਸ਼ਾਹ ਹੀ ਨਾਲ ਬਾਹ ਪਕੜ ਕੇ ਤੁਰਾ ਰਹੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ, ਮਤਲਬ 2 ਆਈਡੈਂਟੀਟੀ ਨੇ, ਇੱਕ ਪੂਰੀ ਹਮ ਇੱਕ ਹਮ ਪੂਰੀ ਤੂੰ। ਤੇ ਮੈਂ ਆਪਣੇ ਆਪ ਨੂੰ ਲੱਭ ਰਹੀ ਸੀ ਜਦੋਂ ਤੂੰ ਕਹਿੰਦੀ ਹੈ ਮੈਨੂੰ ਸਮਝ ਆਇਆ, ਉਹ ਮੈਨੂੰ ਕਿਹੜਾ ਵਾਲਾ ਸਮਝ ਆਇਆ, ਹਮ ਵਾਲੀ ਗੱਲ ਕਰ ਰਹੀ ਹੈ ਜਾਂ ਤੁਮ ਵਾਲੀ ਗੱਲ ਕਰ ਰਹੀ ਹੈ। ਇਸਦਾ ਮਤਲਬ ਹੈਗਾ ਮੈਨੂੰ ਮੇਰੀ ਹਮ ਵਾਲੀ ਪਰਸਨੈਲਿਟੀ, ਇੱਕ ਅੰਦਰ ਟਰੂ ਸੈਲਫ ਹੈ ਇੱਕ ਫਾਲਸ ਸੈਲਫ ਹੈ। ਮੈਨੂੰ ਜਦੋਂ ਮੇਰਾ ਫਾਲਸ ਸੈਲਫ ਪੂਰੀ ਮੈਂ ਆਪਣੀਆਂ ਅੱਖਾਂ ਅੱਗੇ ਆਪਣੀ ਇੱਕ ਇਮੇਜ ਬਣਾਈ ਹੋਈ ਹੈ ਔਰ ਜਦੋਂ ਉਹ ਅੰਨ੍ਹੇਵਾਹ ਤੁਰਦੀ ਸੀ ਉਸ ਇਮੇਜ ਰਾਹੀਂ ਹੀ ਸਭ ਨੂੰ ਦੇਖਣਾ, ਫਿਰ ਸਾਰਿਆਂ ਦੀ ਵੀ ਇਮੇਜ ਬਣਾ ਲੈਣੀ, ਉਹਦੇ ਨਾਲ ਇੱਕ ਪੂਰੀ ਇੱਕ ਆਈਡੈਂਟੀਟੀ ਬਣੀ ਹੋਈ ਸੀ, ਇੱਕ ਪੂਰੀ ਇੱਕ ਚੀਜ਼ ਅੰਦਰ ਜਿਹਨੂੰ ਪੂਰਾ ਫਾਲਸ ਸੈਲਫ ਹੀ ਪੂਰਾ ਬਣ ਗਿਆ ਸੀ ਅੰਦਰ। ਹੁਣ ਜਦੋਂ ਸਿਰ ਨੀਵਾਂ ਕਰਕੇ ਵੇਖਿਆ ਤੇ ਆਪਣਾ ਹਮ ਨਜ਼ਰ ਆਇਆ। ਸੋ ਉੱਪਰ ਵਾਲੇ ਸ਼ਬਦ ਤੋਂ ਥੱਲੇ ਵਾਲੇ ਸ਼ਬਦ ਨਾਲ ਜਦੋਂ ਮੈਂ ਰਲ ਕੇ ਦੇਖਾ ਤੇ ਮੈਨੂੰ ਲੱਭਿਆ ਇਹ ਬਾਬਾ ਕਿਹਨੂੰ ਕਿਹਾ ਹੈ, ਕੌਣ ਕਿਹਨੂੰ ਨਮਸਕਾਰ ਕਰ ਰਿਹਾ ਹੈ। ਹਲੇ ਤੇ ਮੈਂ ਆਪਣੇ ਅੰਦਰ ਪਰਮਾਤਮਾ ਕਿਹੜਾ ਵੇਖਿਆ ਹੈ। ਜਦੋਂ ਆਪਣਾ ਹਮ ਨਜ਼ਰ ਆਇਆ ਤਾਂ ਅੰਦਰ ਵਸਦੇ ਪਰਮਾਤਮਾ ਦੀ ਆਵਾਜ਼ ਰਾਹੀਂ ਪਰਮਾਤਮਾ ਦੀ ਥੋੜੀ ਜਿਹੀ ਝਲਕ ਪਈ ਕਿ ਤੂੰ ਅੰਦਰ ਵਸਦਾ ਹੈ। ਕਿਉਂ? ਕਿਉਂਕਿ ਤੂੰ ਠੰਡ ਪਾਣਾ ਹੈ। ਜਿਉਂ-ਜਿਉਂ ਮੇਰੇ ਔਗੁਣ ਮਿਟਦੇ ਜਾਂਦੇ ਨੇ, ਔਗੁਣ ਜੰਜੀਰਾਂ ਲੱਗੀਆਂ, ਜੰਜੀਰਾਂ ਗੁਣਾਂ ਨੇ ਖੋਲੀਆਂ, ਹਮ ਤੋਂ ਤੂੰ ਵੱਲ ਮਰਜ ਹੋਣ ਵਾਲਾ ਰਾਹ ਸਮਝ ਆਇਆ। ਹੁਣ ਜਿਹੜਾ ਅੰਦਰ ਥੋੜਾ ਤੂੰ ਨਜ਼ਰ ਆਇਆ ਨਾ, ਦਿਖਾਇਆ ਕਿੰਨੇ? ਤੂੰ। ਤੁਮਰੀ ਕਿਰਪਾ ਤੇ ਤੁਧ ਪਛਾਣਾ। ਤੇ ਹੁਣ ਸਮਝ ਆਇਆ ਜਦੋਂ ਸਿਰ ਨੀਵਾਂ ਕਰਦਿਆਂ ਨੀਵਾਂ ਕਰਨ ਦਾ ਸੁਭਾਅ ਹੀ ਬਣ ਗਿਆ, ਤਦ ਪਤਾ ਲੱਗਾ ਹਉਮੈ ਦੀ ਜਿਹੜੀ ਅਕਲ ਸੀ
ਉਹ ਇਸ ਮਨ ਨੂੰ ਪਰਦੇਸੀ ਕਰ ਦਿੰਦੀ ਹੈ ਤੇ ਪਰਦੇਸੀ ਹੋਇਆ ਡਰਾਂ ਦੇ ਸਾਗਰ ਵਿੱਚ ਡੁੱਬਿਆ ਰਹਿੰਦਾ ਹੈ। ਜਦੋਂ ਅਸੀਂ ਇਸ ਸ਼ਬਦ ਨੂੰ ਆਸਾ ਰਾਗ ਵਿੱਚ ਦੇਖਿਆ, ਇਸ ਤੋਂ ਉੱਪਰਲਾ ਸ਼ਬਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ, ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਉਹਦੇ ਵਿੱਚ ਕਹਿੰਦੇ ਨੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੁਣ ਆਪਣਾ ਸਮਝ ਆਇਆ, ਜਦੋਂ ਤੱਕ ਵਿਸਰੇ ਹੋਏ ਚਾਲ ਵਿੱਚ ਚੱਲ ਰਿਹਾ ਸੀ ਤੇ ਡੁੱਬਿਆ ਹੋਇਆ ਸੀ, ਤੇ ਇਹ ਸਾਰੇ ਇੰਦਰੇ ਫਿਰ ਭੁੱਖੇ ਸੀ, ਇਹ ਸਾਰੇ ਇੰਦਰੇ ਸੁੱਤੇ ਹੋਏ ਸੀ, ਤਾਂ ਇਹ 6 ਘਰ ਬਣੇ ਹੋਏ ਸੀ। 6 ਘਰ, 6 ਗੁਰ, 6 ਉਪਦੇਸ਼, ਸਾਰੇ ਆਪਣੀ ਆਪਣੀ ਭੁੱਖ, ਆਪਣੀ ਆਪਣੀ ਸਮਝ, ਆਪਣਾ ਆਪਣਾ ਪਰਸੈਪਸ਼ਨ, ਆਪਣੀ ਆਪਣੀ ਲਾਈਕਿੰਗਸ ਇਹੀ ਦਿੰਦੇ ਰਹਿੰਦੇ ਨੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਮਿਸਬਾਰ। ਉਸੇ ਸ਼ਬਦ ਹੀ ਜਦੋਂ ਦੇਖਦੀ ਹਾਂ ਤੇ ਕਹਿੰਦੇ ਨੇ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਏ। ਮਨ ਨੂੰ ਸਾਬਤ ਹੋਣ ਵੱਲ ਤੁਰ ਰਿਹਾ ਹੈ, ਤਾਂ ਹੀ ਟੁੱਟਿਆਪਨ ਨਜ਼ਰ ਆਇਆ। ਅੰਨੀ ਅਕਲ ਕਰਕੇ ਟੁੱਟਿਆ ਰਹਿਣਾ, ਸੀਮਿਤ ਬੁੱਧੀ ਵਿੱਚ, ਇੱਕ ਲਿਮਿਟਿਡ ਅਕਲ ਵਿੱਚ ਬੰਨੇ ਰਹਿਣਾ। ਉਸ ਕਰਕੇ ਇਹ 6 ਉਪਦੇਸ਼ ਦਿੰਦਾ ਸੀ। ਸਾਰੇ ਇੰਦਰੇ ਭੁੱਖੇ ਦੌੜਦੇ ਰਹਿੰਦੇ ਨੇ, ਆਪਣੀ ਆਪਣੀ ਅਕਲ ਦਿੰਦੇ ਨੇ। ਨਫ਼ਰਤ ਦੀਆਂ ਅੱਖਾਂ ਮੈਂ ਮਾਣੀਆਂ ਹੋਈਆਂ, ਈਰਖਾ ਵਾਲੀਆਂ ਅੱਖਾਂ, ਜਿਹੜੀ ਵੀ ਜੈਲਸ ਵਾਲੀ ਬੋਲੀ ਬੋਲਣਾ, ਇਹ ਸਾਰੇ ਕਦੋਂ ਕਰ ਰਹੇ ਨੇ? ਜਦੋਂ ਇਹ ਹਉਮੈ ਦੀ ਅਕਲ ਨਾਲ ਤੁਰ ਰਹੇ ਨੇ। ਸੋ ਗੁਰੂ ਪਾਤਸ਼ਾਹ ਪਹਿਲੀ ਪੰਕਤੀ ਵਿੱਚ ਮੈਨੂੰ ਮੇਰੀ ਅਗਿਆਨਤਾ ਦਿਖਾਉਂਦੇ ਨੇ। ਕਦੋਂ? ਜਦ ਤੱਕ ਟਿਕਿਆ ਨਹੀਂ ਤੇ ਤਦ ਤੱਕ ਆਪਣੇ ਔਗਣ ਵੀ ਪੂਰੀ ਤਰ੍ਹਾਂ ਨਜ਼ਰ ਨਹੀਂ ਆਉਂਦੇ। ਪ੍ਰਕਾਸ਼ ਹਨੇਰੇ ਨੂੰ ਵੇਖਣ ਵਾਸਤੇ ਵੀ ਚਾਹੀਦਾ। ਜਦ ਤੱਕ ਹਨੇਰੇ ਵਿੱਚ ਹੈ ਤਦ ਤੱਕ ਆਪਣੇ ਆਪ ਨੂੰ ਨਹੀਂ ਦੇਖ ਸਕਦਾ। ਜਦੋਂ ਸਿਰ ਨੀਵਾਂ ਕੀਤਾ, ਸਿਰ ਨੀਵਾਂ ਕਰਨ ਦੀ ਅਕਲ ਲਈ, ਉਹ ਪ੍ਰਕਾਸ਼ ਦੀ ਕਿਰਨ ਨੇ ਮੈਨੂੰ ਮੇਰਾ ਸੁੱਤਾ ਮਨ, ਸੁੱਤੇ ਮਨ ਦੀਆਂ ਹਰਕਤਾਂ, ਇੰਦਰੀਆਂ ਦੀ ਚਾਲ, ਇਹ ਸਾਰਾ ਗੁਰੂ ਪਾਤਸ਼ਾਹ ਮੈਨੂੰ ਮੇਰਾ ਸੁਭਾਅ ਦਿਖਾਉਂਦੇ ਨੇ ਤੇ ਫਿਰ ਹੁਣ ਸਿਰ ਨੀਵਾਂ ਕਰਨ ਦਾ ਸੁਭਾਅ ਬਣਾਉਂਦੇ ਨੇ। ਇਸ ਸ਼ਬਦ ਵਿੱਚ ਇੰਜ ਨਜ਼ਰ ਆਇਆ। ਫਿਰ ਅੱਗੇ ਕੀ ਕਹਿੰਦੇ ਨੇ? ਗੁਰ ਗੁਰ ਏਕੋ ਵੇਸ ਅਨੇਕ। ਪਹਿਲੇ ਮੈਂ ਸਾਰਿਆਂ ਨੂੰ ਵੱਖਰੇ ਸਮਝਦਾ ਸੀ, ਇਹਨੂੰ ਮੈਂ ਇੰਜ ਵੀ ਸਮਝੀ, ਪਰਿਵਾਰ ਵਿੱਚ 6 ਜੀ ਹੋਣ, 6ਾਂ ਦੀ ਆਪਣੀ ਆਪਣੀ ਅਕਲ ਹੋਵੇ, ਇੱਕ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਟੁੱਟੇ ਰਹਿੰਦੇ ਨੇ। ਲੱਗਦਾ ਹੈ ਇੱਕ ਘਰ ਵਿੱਚ ਰਹਿ ਰਹੇ ਨੇ, ਪਰ ਸਾਰਿਆਂ ਦੀ ਆਪਣੀ ਆਪਣੀ ਅਕਲ, ਆਪਣੇ ਆਪਣੇ ਵਿਚਾਰ, ਆਪਣੇ ਆਪਣੇ ਕਮਰਿਆਂ ਵਿੱਚ ਬੰਦ ਰਹਿਣਾ, ਕੋਈ ਇਕੱਠੇ ਬਹਿ ਕੇ ਗੱਲ ਨਾ ਕਰਨਾ। ਸੋ ਇਹ ਸਾਰੇ ਇੰਦਰੇ ਲੱਗਦਾ ਸੀ ਮੇਰੇ ਨੇ, ਪਰ ਮੇਰੇ ਨਹੀਂ ਸੀ, ਕਿਉਂਕਿ ਇਹ ਪਰਾਏ ਮਨ ਦੇ ਹੋਏ ਸੀ। ਜਦੋਂ ਉਸ ਗੁਰ ਨਾਲ ਜੁੜਿਆ, ਗੁਰਬਾਣੀ ਤੋਂ ਸਮਝ ਪਈ, ਤਾਂ ਉਸ ਕਰਤੇ ਦਾ ਗੁਰ ਏਕੋ, ਉਸ ਇੱਕੋ ਦੇ ਉਸ ਮਤ ਨੇ, ਗੁਰਬਾਣੀ ਨੇ, ਗੁਰਮਤ ਨੇ ਮੈਨੂੰ ਕੀ ਦਿਖਾਇਆ? ਵੇਸ ਅਨੇਕ। ਹੁਣ ਗੁਰੂ ਪਾਤਸ਼ਾਹ ਸਾਨੂੰ ਆਨੰਦ ਸਾਹਿਬ ਵਿੱਚ ਸਾਰਾ ਹੋਰ ਵੀ ਕਲੀਅਰ ਕਰਦੇ ਜਾਂਦੇ ਨੇ, ਸੁਖਮਨੀ ਸਾਹਿਬ ਵਿੱਚ ਕਰਦੇ ਨੇ, ਸਰਬ ਮੈਂ ਪੇਖੇ ਭਗਵਾਨ ਕਿਵੇਂ ਕਰਨਾ ਹੈ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਹੁਣ ਇਹ ਨੇਤਰ ਉਹ ਵਾਲੀ ਚਾਲ ਨਹੀਂ ਚੱਲਦੇ, ਮਨ ਕੀ ਬਾਸ਼ਨਾ ਮਨ ਤੇ ਡਰੇ, ਗੁਰ ਪ੍ਰਸਾਦ ਵਿਖਿਆ ਪਰ ਹਰੇ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਗੁਰੂ ਪਾਤਸ਼ਾਹ ਮੈਨੂੰ ਇੰਦਰੀਆਂ ਤੇ ਜਿੱਤ ਪ੍ਰਾਪਤ ਕਰਨ ਵਾਲਾ ਮਨ ਦੇ ਰਹੇ ਨੇ। ਵਰਨਾ ਨਹੀਂ ਤੇ ਕਹਿੰਦੇ ਨੇ ਮਿਥਿਆ ਰਸਨਾ, ਮਿਥਿਆ ਸ਼ਰਵਨ, ਸਾਰੇ ਦੋਨੋਂ ਚੀਜ਼ਾਂ ਸਾਨੂੰ ਗੁਰਬਾਣੀ ਵਿੱਚ ਦੱਸੀਆਂ। ਫਿਰ ਇਹ ਨੇਤਰੋ ਮੇਰਿਓ ਹਰ ਤੁਮੇ ਜੋਰ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਿਵੇਂ ਤੂੰ ਸਰਬ ਮੈਂ ਪੇਖੇ ਭਗਵਾਨ ਕਰਨਾ ਹੈ। ਵੇਸ ਅਨੇਕ, ਤੈਨੂੰ ਜਦ ਤੱਕ ਆਪਣੇ ਅੰਦਰ ਨਹੀਂ ਕਰਤਾ ਨਜ਼ਰ ਆਏਗਾ, ਸੱਚਾ ਵਾਲਾ ਮਨ ਕਰਤਾ ਹੈ, ਸੱਚਾ ਕਰਤਾ ਨਹੀਂ ਹੋਏਗਾ। ਸੱਚੇ ਕਰਤਾ ਕਿਵੇਂ ਨਜ਼ਰ ਆਏਗਾ? ਸੱਚੇ ਦੇ ਗੁਣਾਂ ਦੀ ਪ੍ਰਧਾਨਤਾ ਨਾਲ ਆਪਣੇ ਅੰਦਰ ਵਸਦਾ ਨਜ਼ਰ ਆਏਗਾ, ਤਾਂ ਸਾਰਿਆਂ ਵਿੱਚ ਫਿਰ ਕਹੇਗਾ ਤੇ ਸਾਰੇ ਤੇਰੇ ਹੀ ਵੇਸ ਨੇ,
एक पिता एक कस के हम बारक आ, मैं किहड़ा अपना पराया वितकरे दियां अखां नाल देखदा, मेर तेर देखदा। सो गुरु पातशाह ਸਾਰੇ ਇੰਦਰੀਆਂ ਨੂੰ ਇਕੱਠਾ ਕਰਨ ਦੀ, ਇੱਕ ਪਰਿਵਾਰ ਵਾਂਗ ਚੱਲਣ ਦੀ ਗਿਆਨ ਬਖਸ਼ਦੇ ਹੋਏ ਫਿਰ ਆਪਣੇ ਅੰਦਰ ਔਰ ਬਾਹਰ ਹਰੇਕ ਥਾਂ ਤੇ ਕਿਵੇਂ ਉਸ ਰੱਬਤਾ ਦੇ ਗੁਣਾਂ ਨੂੰ ਮਹਿਸੂਸ ਕਰਨਾ ਹੈ, ਉਹ ਇਸ ਪਹਿਲੀ ਪੰਕਤੀ ਰਾਹੀਂ ਮੈਨੂੰ ਲੱਗਾ ਮੈਨੂੰ ਸਮਝਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਆਂਟੀ ਜੀ। ਹਾਂਜੀ ਗੁਰਜੀਤ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਵੀਰ ਜੀ, ਤੇ ਤੁਸੀਂ ਪੰਜ ਜਿਹੜੇ ਹੈ ਨਾ, ਉਹ ਹੈ ਤਾਂ ਚੇਤਨ ਨਾਲ ਜੁੜੇ ਹੋਏ, 6ਵਾਂ ਚੇਤਨ ਹੈਗਾ, ਪਰ ਪੰਜਾਂ ਦਾ ਕਾਫੀ ਜ਼ਿਆਦਾ ਜ਼ਿਕਰ ਹੈ। ਜਿਵੇਂ ਪਹਿਲਾਂ ਪਿਛਲੇ ਹਫ਼ਤੇ ਸੁਰਜੀਤ ਵੀਰ ਜੀ ਨੇ ਵੀ ਕਿਹਾ ਸੀਗਾ। ਆਪਾਂ ਇੱਕ ਦੋ ਹੋਰ ਸ਼ਬਦ ਬੜੇ ਅੱਛੇ ਹੈ ਸਾਡੇ ਕੋਲ, ਜਿਵੇਂ ਬਿਹਾਗੜਾ ਮਹਲਾ ਚੌਥਾ, ਤੇ ਸ਼ਰਵਣ ਭਲੇ। ਕੰਨ ਨਹੀਂ ਕਿਹਾ, ਸ਼ਰਵਣ ਕਿਹਾ, ਕਿਉਂਕਿ ਕੰਨ ਤੋਂ ਜੋ ਸੁਣ ਕੇ ਅੱਗੇ ਵਿਚਾਰ ਸ਼ਕਤੀ ਬਣਨੀ ਹੈਗੀ ਹੈ, ਉਹ ਸ਼ਰਵਣ ਹੈ। ਜਿਹੜਾ ਅੰਦਰਲਾ ਸਰੀਰ ਦਾ ਇੱਕ ਘਰ ਜੋ ਹੈਗਾ ਨਾ, ਉਹ ਸ਼ਰਵਣ ਹੈ। ਫਿਰ ਕਹਿੰਦੇ ਸੋ ਸੀਸ ਭਲਾ, ਉਹ ਸੀਸ ਵੀ ਨਿਰਾਕਾਰੀ ਹੈ। ਫਿਰ ਤੇ ਨੇਤਰ ਭਲੇ, ਨੇਤਰ ਵੀ ਅੱਖਾਂ ਨਹੀਂ ਹੈ, ਜਿਹੜੀ ਅੱਖਾਂ ਤੋਂ ਜਾ ਕੇ ਅੰਦਰ ਇਨਫੋਰਮੇਸ਼ਨ ਚੇਤਨ ਦੇ ਨਾਲ ਇੰਟਰੈਕਟ ਕਰਨੀ ਹੈ ਨਾ ਜੀ, ਉਹ ਨੇਤਰ ਹੈ। ਸੋ ਇਸ ਤਰ੍ਹਾਂ ਦੇ ਅਸੀਂ, ਇਹ ਅੰਦਰਲੇ ਸਰੀਰ ਦੇ ਅੰਗ ਹੈ ਜੇ ਆਪਾਂ ਇਹਨੂੰ ਐ ਮੰਨੀਏ ਨਾ, ਇਸ ਤਰ੍ਹਾਂ ਹੀ। ਤੇ ਹਸਤ ਭਲੇ, ਮਨ ਔਰ ਚਿੱਤ ਹੈ ਦੋ ਹਸਤ। ਤੇ ਇਸ ਤਰ੍ਹਾਂ ਹੀ ਹੋ ਗਏ ਕੀ ਕਹਿੰਦੇ ਆ, ਪੱਗ। ਪੱਗ ਨਹੀਂ ਚੱਲ ਰਹੇ, ਬਾਹਰਲੇ ਪੱਗਾਂ ਨਾਲ ਨਹੀਂ ਚੱਲਣਾ। ਸੋ ਇਸ ਤਰ੍ਹਾਂ ਦੇ ਜਿਹੜੇ ਅੰਦਰਲੇ ਨਿਰਾਕਾਰੀ ਸਰੀਰ ਨਾਲ ਜੋੜਦੇ ਨੇ ਸਰੋਤ ਬਾਹਰੋਂ ਸਾਨੂੰ, ਤੇ ਗਿਆਨ ਵਾਲਾ ਜਿਹੜਾ ਵੀ ਸਰੋਤ ਹੈਗਾ, ਅੱਖਾਂ ਤੋਂ ਅਸੀਂ ਪੜ੍ਹਦੇ ਹਾਂ ਪਰ ਪਿੱਛੇ ਜਾ ਕੇ ਨੇਤਰਾਂ ਦੀ ਉਹ ਗੱਲ ਹੁੰਦੀ ਹੈ, ਤੇ ਨੈਣ ਵੀ ਕਹਿੰਦੇ ਇਹਨਾਂ ਨੂੰ ਅਸੀਂ। ਇਹ ਨਿਰਾਕਾਰੀ ਭਾਸ਼ਾ, ਇਹਨੂੰ ਅਸੀਂ ਆਮ ਕਹਿੰਦੇ ਹਾਂ ਕਿ ਇਹ ਜਿਹੜਾ ਗਿਆਨ, ਇਹ ਇੱਕ ਸੋਧਿਆ ਹੋਇਆ ਗਿਆਨ ਹੈ। ਅੱਖ ਕਹਿ ਕੇ ਗੱਲ ਨਹੀਂ ਬਣਦੀ, ਕਿਉਂਕਿ ਅੱਖ ਦਾ ਪਿੱਛੇ ਕਨੈਕਸ਼ਨ ਕਿੱਥੇ ਹੈਗਾ। ਜੇ ਚੇਤਨ ਨਾ ਹੋਵੇ, ਅੱਖ ਤਾਂ ਰਹਿ ਜਾਂਦੀ ਹੈ ਸਰੀਰ 'ਚ ਵੀ, ਫਿਰ ਉਹ ਦੇਖਦੀ ਨਹੀਂ ਹੈ, ਇਹ ਬੋਲਦਾ ਹੀ ਨਹੀਂ ਹੈ। ਜਿਹੜਾ ਬੋਲਣ ਵਾਲੀ ਅਸਲੀ ਸ਼ਕਤੀ ਸੀ, ਮਤਲਬ ਸ਼ਰਵਣ ਗਾਇਬ ਹੋ ਗਏ, ਕੰਨ ਤਾਂ ਰਹਿ ਜਾਂਦੇ ਆ, ਸੁਰਤ ਗਾਇਬ ਹੋ ਗਈ, ਸਰੀਰ ਰਹਿ ਗਿਆ ਹੈ। ਸੋ ਇਸ ਤਰ੍ਹਾਂ ਆਪਾਂ ਇਹਨੂੰ ਸਮਝਣਾ ਕਿ ਜਿਹੜੇ ਪੰਜ ਆਪਾਂ ਨੂੰ ਦਿੱਤੇ ਆ ਗਿਆਨ ਇੰਦਰੀਏ, ਉਹਨਾਂ ਦੇ ਵਿੱਚ ਇੱਕ ਸੁਰਤ ਦੇ ਥਰੂ ਕੰਮ ਹੋ ਰਿਹਾ, ਉਹ ਹੈਗਾ 6ਵਾਂ, ਪਰ ਉਹ ਇਹ ਉਹੀ ਪੰਜਾਂ ਵਿੱਚ ਘੁੰਮ ਰਿਹਾ। ਸੁਣਨ ਵਾਲੇ ਵੇਲੇ ਵੀ ਉਹੀ ਹੈ, ਅੱਖਾਂ ਦਾ ਦੇਖਣ ਵੇਲੇ ਵੀ ਉਹੀ ਹੈ, ਬੋਲਣ ਵੇਲੇ ਵੀ ਫਿਰ ਉਹੀ ਹੈ। ਜਦੋਂ ਆਪਾਂ ਕਹਿੰਦੇ ਹਾਂ ਰਸਨਾ ਧੰਨ ਧੰਨ ਹੈ, ਰਸਨਾ ਵੀ ਕੋਈ ਜੀਵ ਨਹੀਂ ਹੈ, ਰਸਨਾ ਵੀ ਉਹ ਨਿਰਾਕਾਰੀ ਜੀਵ ਹੈ ਜਿਹੜੀ ਪਿੱਛੋਂ ਬੋਲਦੀ ਹੈ, ਇਹ ਉਹਦੀ ਆਰਡਰ 'ਚ ਹਿਲਦੀ ਹੈ। ਸੋ ਇਸ ਤਰ੍ਹਾਂ ਆਪਾਂ ਜਿਹਨੂੰ ਸਮਝਾਂਗੇ ਤਾਂ ਆਪਾਂ ਨੂੰ ਲੱਗਦਾ ਇੱਕ ਸਟੈਪ ਆਪਾਂ ਕਲੋਜ਼ਰ ਆ ਜਾਵਾਂਗੇ। ਹਾਂਜੀ, ਹੁਣ ਦੱਸੋ ਵੀ ਬਾਬਾ ਜੈ ਕਰਤੇ ਕੀਰਤ ਹੋਏ ਦਾ ਆਂਟੀ ਜੀ, ਮੈਂ ਪਿਛਲੇ ਹਫ਼ਤੇ ਕਿਹਾ ਸੀ ਕਿ ਬਾਬਾ ਪਰਮੇਸ਼ਰ ਨੂੰ ਕਿਹਾ ਗਿਆ, ਕਿਉਂਕਿ ਜਿਹੜਾ ਸ਼ਬਦ ਅਸੀਂ ਪੜ੍ਹਦੇ ਨਾ, ਆਦੇਸ਼ ਬਾਬਾ ਆਦੇਸ਼, ਇਹ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਬਾਬਾ ਜੀ ਨੂੰ ਆਦੇਸ਼ ਕਰ ਰਹੇ ਨੇ ਉਹ ਪਾਰ ਬ੍ਰਹਮ ਨੂੰ, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਆਦਿ ਪੁਰਖ ਹੈ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਕਰ ਕਰ ਦੇਖੇ ਵੇਸ, ਤੂੰ ਪਹਿਲਾਂ ਸਾਰੀ ਸ੍ਰਿਸ਼ਟੀ ਕੀਤੀ ਹੈ, ਪਰ ਹਰੇਕ ਵੇਸ ਨੂੰ ਤੂੰ ਦੇਖ ਵੀ ਰਿਹਾ, ਛੱਡਿਆ ਨਹੀਂ ਹੋਇਆ ਖਾਲੀ, ਹਰੇਕ ਪਰ ਤੇਰੀ ਨਜ਼ਰ ਹੈ। ਸੋ ਬਾਬਾ ਦੇ ਜਦੋਂ ਪਾਰਥ ਲਾਵਾਂਗੇ, ਉਹ ਪਰਮੇਸ਼ਰ ਦੇ ਉਹਦੇ 'ਚ ਜਾਣਗੇ, ਕਿਉਂਕਿ ਸ਼ਬਦ ਜਦੋਂ ਲਿਖਿਆ ਗਿਆ ਹੈ, ਜੇ ਉਹ 6 ਘਰ 6 ਗੁਰ ਦੀ ਗੱਲ ਕਰ ਰਹੇ ਹਨ ਤਾਂ ਉਹ ਪੂਰਨ ਬ੍ਰਹਮ ਦੀ ਅਵਸਥਾ 'ਚ ਬੋਲ ਰਹੇ ਆ, ਉਹ ਪਾਰ ਬ੍ਰਹਮ ਨੂੰ ਐਡਰੈਸ ਕਰ ਰਹੇ ਕਿ ਬਾਬਾ ਜੈ ਕਰ ਕੀਰਤੇ ਹੋਏ, ਮੈਨੂੰ ਹਮੇਸ਼ਾ ਉਸੇ ਘਰ 'ਚ ਰੱਖੀ, ਕਿਉਂਕਿ ਕਿ ਨਹੀਂ ਤਾਂ ਫਿਰ ਕਨੈਕਸ਼ਨ ਟੁੱਟ ਜਾਂਦਾ। ਹਾਂਜੀ, ਹੁਣ ਦੱਸੋ ਜੀ। ਤੇ ਅੱਗੇ ਚੱਲਦੇ ਆ ਤਾਂ ਵਿਸਵੇ ਚਸੀਆਂ ਘੜੀਆਂ ਪੈਰਾਂ ਤਿੱਤੀ ਵਾਰੀ ਮਾਂ ਹੋਆ, सूरज एको रुत नेक नानक करते के केते वेस। थोड़ा इसमें भी दस दोगे पहले, फिर मैं आगे जाना। ਹਾਂਜੀ, ਬੜੇ ਵੈਸੇ ਐਸੀ ਇਹ ਬੜੀ ਸਾਇੰਟੀਫਿਕ ਗੱਲ ਕੀਤੀ ਹੈ ਉਹਨਾਂ ਨੇ। ਇਹ ਪਹਿਲਾਂ ਜਪਜੀ 'ਚ ਵੀ ਇਹੀ ਹੋਈ ਹੈ। ਉਹ ਰਾਤੀ ਰੁੱਤੀ ਥਿੱਤੀ ਵਾਰ ਕੇ ਆ, ਉੱਥੇ ਜਿਹੜੀ ਰਾਤ ਹੈਗੀ ਆ, ਦਿਨ ਰਾਤ ਰੋਟੇਸ਼ਨ ਨਾਲ ਹੈ, ਅਰਥ ਦੀ ਰੋਟੇਸ਼ਨ ਨਾਲ ਚੱਲਦੀ। ਜਿਹੜੀਆਂ ਰੁੱਤਾਂ ਹੈਗੀਆਂ ਇਹ ਰੈਵੋਲੂਸ਼ਨ ਨਾਲ ਚੱਲਦੀਆਂ ਨੇ। ਜਿਹੜੀ ਥਿੱਤ ਹੈ ਉਹ ਰੋਟੇਸ਼ਨ ਆਫ ਮੂਨ ਅਰਾਊਂਡ ਅਰਥ ਚੱਲਦੀ ਹੈ, ਕਿਉਂਕਿ ਇਹ ਦਿਖਦੀਆਂ ਆਪਾਂ ਨੂੰ ਨਾ, ਬੜੇ ਵਿਜ਼ੀਬਲ ਜਿਹੜੇ ਫੈਕਟਸ ਹੈ। ਵਿਜ਼ੀਬਿਲਿਟੀ 'ਚੋਂ ਉਹ ਸਾਨੂੰ ਬ੍ਰਹਮ ਗਿਆਨ ਦੇਣਾ ਚਾਹੁੰਦੇ ਨੇ।
ਜਿੰਨਾ ਆਪਾਂ ਇਹਨੂੰ ਡੈਪਥ ਲੈ ਜਾਾਂਗੇ ਹੁਣ ਵਿਸਵੇ ਚਸੀਏ ਘੜੀਆਂ ਪੈਰਾਂ, ਇਹ ਯੂਨਿਟਸ ਹੈ। ਵਿਸਵੇ ਕਹਿੰਦੇ ਆ ਵੀ ਸਭ ਤੋਂ ਛੋਟਾ ਹੈ, ਉਹ ਲਿਖਿਆ ਵੀ ਹੋਇਆ, ਆਈ ਡੋਂਟ ਨੋ ਵੀ ਉਹ ਕਿੰਨਾ ਕੁ ਸਹੀ ਹੈ, ਪਰ ਚਲੋ ਅਸੀਂ ਮੰਨਦੇ ਹਾਂ। ਚਸੀਆ ਉਹ ਤੋਂ ਵੱਡਾ, ਘੜੀ ਉਹ ਤੋਂ ਵੱਡੀ ਹੈ, ਪਹਿਰ ਉਹ ਤੋਂ ਵੱਡਾ। ਜਦੋਂ ਘੜੀਆਂ ਨਹੀਂ ਵੀ ਸੀ ਲੋਕਾਂ ਕੋਲ, ਵਾਚਿਸ ਨਹੀਂ ਸੀ, ਉਸ ਸਮੇਂ ਉਹਨਾਂ ਨੇ ਟਾਈਮ ਡਿਵਾਈਸ ਕੀਤਾ ਹੁੰਦਾ ਸੀ। ਉਸ ਸਮੇਂ ਤੋਂ ਗੱਲੋਂ ਕਰ ਰਹੇ ਹੈ ਕਿ ਟਾਈਮ ਦੇ ਕਿੰਨੇ ਯੂਨਿਟਸ ਹੋ ਗਏ ਹੈ, ਜਦ ਕਿ ਟਾਈਮ ਸ਼ੁਰੂ ਕਦੋਂ ਹੋਇਆ ਸੀ? ਜਦੋਂ ਜੁਗਾਦ ਸੱਚ ਸ਼ੁਰੂ ਹੋ ਗਿਆ ਸੀ, ਉਸ ਸਮੇਂ ਟਾਈਮ ਸ਼ੁਰੂ ਹੋ ਗਿਆ ਸੀ, ਕਿਉਂਕਿ ਜਦੋਂ ਸ੍ਰਿਸ਼ਟੀ ਆ ਗਈ, ਸੂਰਜ ਆ ਗਿਆ, ਸੂਰਜ ਕਰਕੇ ਦਿਨ ਰਾਤ ਸ਼ੁਰੂ ਹੋ ਗਏ, ਸੂਰਜ ਕਰਕੇ ਥਿੱਤਾਂ ਸ਼ੁਰੂ ਹੋ ਗਈਆਂ। ਚਾਹੇ ਕਿ ਥਿੱਤ ਇਜ਼ ਰੋਟੇਸ਼ਨ ਅਰਾਊਂਡ ਮੂਨ, ਰੋਟੇਸ਼ਨ ਅਰਾਊਂਡ ਅਰਥ, ਬਟ ਸਟਿਲ ਕਾਊਂਟਡ ਐਜ਼ ਅ ਡੇ, ਉਹ ਦਿਨ 'ਚ ਗਿਣਿਆ ਜਾਂਦਾ। ਤਾਂ ਹੀ ਜਿਹੜਾ ਉਹ ਕੈਲੰਡਰ ਫੋਲੋ ਕਰਦੇ 29.5 days ਮੀਨਸ 58 days ਦੇ 59 days ਦੇ ਨਹੀਂ 57 days ਦੇ ਮੈਨੂੰ ਲੱਗਦਾ ਦੋ ਬਣ ਜਾਂਦੇ ਆ, ਜਾਂ 29.5 ਹੈ ਸ਼ਾਇਦ, ਦੈਨ ਫਿਰ 59 days ਦੇ ਸੋਲਿਡ 2 month ਬਣਦੇ ਨੇ। ਉਹ ਜੋ ਕੈਲੰਡਰ ਫੋਲੋ ਕਰਦੇ ਨੇ, ਚਾਹੇ ਕੋਈ ਕਿਹਾ ਜਾ ਵੀ ਕੈਲੰਡਰ ਫੋਲੋ ਕਰੇ, ਟਾਈਮ ਦੀ ਡਿਵੀਜ਼ਨ ਸ਼ੁਰੂ ਹੋ ਗਈ ਸੀ ਕਿਉਂਕਿ ਸੂਰਜ ਪੈਦਾ ਹੋ ਗਿਆ ਸੀ। ਸੋ ਮੂਲ ਤਾਂ ਸੂਰਜ ਹੀ ਹੈ ਟਾਈਮ ਦਾ। ਸਾਡੀ ਜਿਹੜੀ ਜੋਤ ਇੱਥੇ ਆਈ ਹੈ ਉਹਦਾ ਮੂਲ ਤਾਂ ਉਹੀ ਹੈ, ਸਾਡਾ ਗੁਰ ਹੀ ਹੈ। ਉਸ ਤੋਂ ਬਾਵਜੂਦ ਵੀ ਸਾਡੇ ਅੰਦਰ ਜਿਹੜਾ ਗਿਆਨ ਦਾ ਪੱਧਰ ਹੈ ਉਹ ਅਸੀਂ ਡਿਫਾਈਨ ਕਰੀਏ ਕਿਧਰੋਂ ਵੀ, ਉਹਦੇ ਵਿੱਚ ਡਿਫਰੈਂਸ ਹੈ। ਤਾਂ ਇਸ ਤਰ੍ਹਾਂ ਹੀ ਉਹ ਦੱਸਣਾ ਚਾਹ ਰਿਹਾ ਵੀ ਸੂਰਜ ਇੱਕ ਹੈ, ਰੁੱਤਾਂ ਅਸੀਂ 6 ਮੰਨਦੇ ਹਾਂ, ਤੇ 6 ਡਿਫਰੈਂਟ ਸੀਜ਼ਨਸ ਹੈਗਾ ਇਸ ਪਰ ਗੁਰਮਤ। ਬਾਕੀ ਤਾਂ 4 ਸੀਜ਼ਨ ਦੇ ਮੰਨੇ ਜਾਂਦੇ ਆ, ਪਰ ਗੁਰਮਤ ਵਿੱਚ ਰੁੱਤਾਂ ਹੀ ਸ਼ਲੋਕ ਹੈ, ਔਰ ਰੁੱਤਾਂ ਤੇ ਬਾਣੀ ਹੈਗੀ ਹੈ, ਥਿੱਤਾਂ ਤੇ ਬਾਣੀ ਹੈਗੀ ਹੈ, ਪਹਿਰਿਆਂ ਤੇ ਬਾਣੀ ਹੈਗੀ ਹੈ। ਸੋ ਇਹਨਾਂ ਚੀਜ਼ਾਂ ਤੇ ਗੁਰਬਾਣੀ ਲਿਖੀ ਵੀ ਹੋਈ ਹੈ। ਉਹਦਾ ਥਿੱਤੀ ਤੋਂ ਸਾਨੂੰ ਪਤਾ ਲੱਗੇਗਾ ਅਲਟੀਮੇਟਲੀ ਕਿ ਕਿਸ ਤਰ੍ਹਾਂ ਇਹਦਾ ਗਿਆਨ ਪੂਰਾ ਕਰਨਾ ਹੈ। ਅਸੀਂ ਜਦੋਂ ਅਸੀਂ ਥਿੱਤੀ ਬਾਣੀ ਪੜ੍ਹਦੇ ਹਾਂ, ਅਸੀਂ 15 ਥਿੱਤੀ 7 ਵਾਰ ਵੀ ਪੜ੍ਹਦੇ ਨੇ, ਇਹਨਾਂ ਸਭ ਦੇ ਅੱਗੇ ਫਿਰ ਐਕਸਪਲੇਨੇਸ਼ਨ ਵੀ ਕੀਤੀ ਹੈ। ਜਿਹੜਾ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਇਹ ਕੁਐਸਚਨ ਇੱਥੇ ਪਾਇਆ, ਉਹ ਅਸੀਂ ਉੱਥੋਂ ਜਾ ਕੇ ਉਹਨੂੰ ਪੜਾਂਗੇ ਕਿ ਥਿੱਤਾਂ ਕੀ ਹੈ। 3 ਥਿੱਤਾਂ ਗੁਰਬਾਣੀ 'ਚ ਲਿਖੀਆਂ। ਕਹਿਣ ਦਾ ਮਤਲਬ ਇਹ ਥਿੱਤ ਨੂੰ ਅਸੀਂ ਨਿਰਾਕਾਰ ਨਾਲ ਜੋੜਿਆ। ਫਿਰ ਵੀ ਅਸੀਂ ਸੂਰਜ ਦੀ ਪੂਜਾ ਨਹੀਂ ਕਰਦੇ, ਨਾ ਅਸੀਂ ਚੰਦ ਦੀ ਕਰਦੇ ਹਾਂ, ਪਰ 3 ਥਿੱਤੀਆਂ ਗੁਰਬਾਣੀ 'ਚ ਦਰਜ ਨੇ। ਕਬੀਰ ਸਾਹਿਬ ਦੀ ਹੈ, ਤੇ ਗੁਰੂ ਨਾਨਕ ਸਾਹਿਬ ਦੀ ਹੈਗੀ ਹੈ ਆਪਣੀ, ਤੇ ਇੱਕ 5ਵੇਂ ਪਾਤਸ਼ਾਹ ਦੀ ਹੈ। ਪਰ ਉੱਥੇ ਵੀ ਜਿਹੜਾ ਥਿੱਤ ਦੀ ਗੱਲ ਹੈ, ਅਲਟੀਮੇਟਲੀ ਤੁਸੀਂ ਆਪਣੇ ਅੰਦਰ ਗਿਆਨ ਕਿਵੇਂ ਵਧਾਉਣਾ, ਫਸਟ ਥਿੱਤ ਤੋਂ ਲੈ ਕੇ ਪੂਰਨਿਮਾ ਤੱਕ ਦਾ ਗਿਆਨ ਤੁਹਾਨੂੰ ਕਿਵੇਂ ਵਧਾਉਣਾ, ਜਿਹੜਾ ਆਪਾਂ ਹੁਣ ਕਰ ਰਹੇ ਹਾਂ, ਜਿਹੜਾ 52 ਅੱਖਰੀ ਤੋਂ ਬਾਅਦ ਆਏਗਾ, ਇਹ ਕੋਈ ਕੰਟੈਸਟ ਹੈ, ਆਪਾਂ ਉਹ ਵੀ ਕਰਾਂਗੇ। ਸੋ ਬੇਸਿਕਲੀ ਉਹ ਸਾਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਇੱਕ ਮੂਲ ਦੇ ਹੁੰਦੇ ਹੋਏ ਮਨ ਦੀ ਜੋ ਅਵਸਥਾ ਹੈਗੀ ਹੈ, ਉਹਦੇ ਕਰਕੇ ਸਾਡੇ ਅੰਦਰ ਥਿੱਤ ਵੀ ਡਿਫਰੈਂਟ ਹੈ, ਪਹਿਰ ਵੀ ਡਿਫਰੈਂਟ ਚੱਲਦਾ। ਸੋ ਇੱਕ ਹੁੰਦੇ ਹੋਏ ਸਭ ਕੁਝ ਵੀ ਸਾਡੇ ਅੰਦਰ ਵੇਰੀਏਸ਼ਨ ਹੈ, ਤੇ ਉਹਨੂੰ ਇਹ ਕਹਿ ਰਹੇ ਆ ਸੂਰਜ ਇੱਕ ਰੁੱਤ ਨੇ। ਇੱਕ ਉਹਦਾ ਬਾਹਰਲਾ ਇੱਕ ਐਗਜ਼ਾਮਪਲ ਦਿੱਤਾ, ਨਾਨਕ ਕਰਤੇ ਕੇ ਕੀਤੇ ਵੇਸ। ਕਰਤਾ ਹੈਗਾ ਬ੍ਰਹਮ, ਕਰਤੇ ਦੇ 2 ਵੇਸ ਮਿਲਣਗੇ। ਇੱਕ ਤਾਂ ਹੈਗਾ ਜਪਜੀ 'ਚ ਆਇਆ ਹੋਇਆ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਇਹ ਤਾਂ ਉਹ ਹੈ ਜਿਹੜੇ ਪੂਰਨ ਬ੍ਰਹਮ ਹੈ। ਉਹ ਅਨੀਲ ਹੈ, ਉਹਨਾਂ ਅੰਦਰ ਕੋਈ ਭਰਮ ਨਹੀਂ ਹੈ। ਅਨਾਹਤ ਹੈ, ਉਹਨਾਂ ਦੀ ਹੱਤਿਆ ਨਹੀਂ ਹੁੰਦੀ ਕਿਉਂਕਿ ਸਰੀਰ ਹੀ ਨਹੀਂ ਉਹਨਾਂ ਕੋਲ ਦਾ। ਸਾਡਾ ਜੋ ਸਾਡੀ ਅਵਸਥਾ ਹੈ, ਅਸੀਂ ਬ੍ਰਹਮ ਹੈ, ਸਾਡੇ ਕੋਲ ਕੀਤੇ ਵੇਸ ਵਾਲੇ ਅਸੀਂ ਹੈ। ਅਲਟੀਮੇਟਲੀ ਅਸੀਂ ਉਹ ਕਰਤੇ ਹੈ, ਪਰ ਉਹ ਕਰਤੇ ਅਸੀਂ ਹੈ ਜਿਨ੍ਹਾਂ ਨੂੰ ਨੀਂਦ ਆਈ ਹੋਈ ਹੈ, ਉਹਨੂੰ ਜਗਾਇਆ ਜਾ ਰਿਹਾ ਬੇਸਿਕਲੀ। ਉਹਦੇ ਕਰਕੇ ਸਾਡੇ ਅੰਦਰ ਇੰਨੀ ਵੇਰੀਏਸ਼ਨ ਹੈ। ਅਸੀਂ ਸਭ ਨੂੰ ਇੱਕ ਐਗਜ਼ਾਮਪਲ ਹੈ ਵੀ ਇੱਕ ਨਜ਼ਰ ਨਾਲ ਦੇਖਣਾ, ਕਿਉਂਕਿ ਸਭ ਦੇ ਅੰਦਰ ਬ੍ਰਹਮ ਇੱਕ ਹੀ ਹੈ। ਚੀਂਟੀ ਦੇ ਕੁੰਚਰ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਤੇ ਉਹ ਸਾਰਿਆਂ ਪਰ ਉਹ ਇੱਕ ਜਿਹੀ ਕੀ ਕਿਰਪਾ ਹੋ ਰਹੀ ਹੈ। ਪਰ ਵਿਦਿਨ ਅਸ ਸਾਡੇ ਅੰਦਰ ਵੇਰੀਏਸ਼ਨ ਹੈ। ਅਸੀਂ ਕਿਸੇ ਨੂੰ ਲਾਈਕ ਕਰਦੇ ਹਾਂ, ਕਿਸੇ ਨੂੰ ਨਹੀਂ ਕਰਦੇ। ਅਸੀਂ ਜੇ ਹੁਕਮ ਬੁੱਝ ਲਈਏ ਕਿ ਜਿਹੜਾ ਸੂਰਜ ਹੈ ਉਹ ਕਿਸੇ ਨੂੰ ਵੇਰੀਏਸ਼ਨ ਨਹੀਂ ਕਰਦਾ ਕਿ ਮੈਂ ਇੱਥੇ ਘੱਟ ਦੇਣੀ ਹੈ, ਉਹਨੂੰ ਜ਼ਿਆਦਾ ਦੇਣੀ ਹੈ, ਠੀਕ ਹੈ, ਇਕੁਏਟਰ ਦੇ ਅੱਗੇ ਪਿੱਛੇ ਉਹਦਾ ਵੇਰੀਏਸ਼ਨ ਹੈ, ਕਾਂਸਟੈਂਟ ਹੈ। ਸੋ ਮੈਨੂੰ ਇਹ ਲੱਗਦਾ ਕਿ ਬ੍ਰਹਮ ਨੂੰ ਡਿਸਕ੍ਰਾਈਬ ਕੀਤਾ ਜਾ ਰਿਹਾ ਕਿ ਜਿਵੇਂ ਇੱਕ ਸੂਰਜ ਦੇ ਪੈਦਾ ਹੋਣ ਨਾਲ ਕਿੰਨਾ ਕੁਛ ਪੈਦਾ ਹੋ ਗਿਆ, ਟਾਈਮ ਦੇ ਯੂਨਿਟਸ ਕਿੰਨੇ ਬਣ ਗਏ, ਉਸ ਤਰ੍ਹਾਂ ਹੀ ਇੱਕ ਬ੍ਰਹਮ ਦੇ ਪੈਦਾ ਹੋਣ ਨਾਲ
ਇੱਕ ਬ੍ਰਹਮ ਦੇ ਵਿੱਚ ਜਿੰਨੀਆਂ ਵੇਰੀਏਸ਼ਨਸ ਹੈਗੀਆਂ ਇੱਕ ਦੂਸਰੇ ਨਾਲ, ਉਹਦੇ ਨਾਲ ਉਸ ਬ੍ਰਹਮ ਜਿਹੜਾ ਕਰਤਾ ਹੈਗਾ ਉਹਦੇ ਵੇਸ ਬਦਲੇ ਹੈ, ਵੇਸ ਉਹ ਬੁੱਧੀ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਵੀਰ ਜੀ। ਤੇ ਜੋ ਵਿਸ਼ਵ ਵਿੱਚ ਅਸੀਂ ਘੜੀਆਂ ਪੈ ਰਹੇ ਹਾਂ, ਇਹਦੇ ਵਿੱਚ ਵੀ ਕੋਈ ਨਿਰੰਕਾਰੀ ਮੀਨਿੰਗ ਹੈਗਾ ਜਾਂ ਇਹ ਸਿੰਪਲ ਵਾਰਡ ਦੇ ਮੀਨਿੰਗ ਹੀ ਚੱਲ ਰਹੇ ਨੇ? ਨਹੀਂ, ਇਹ ਤਾਂ ਦੱਸਿਆ ਕਿ ਸੂਰਜ ਇੱਕ ਹੋਣ ਤੋਂ ਬਾਵਜੂਦ ਅਸੀਂ ਯੂਨਿਟਸ ਕਿੰਨੇ ਬਣਾ ਲਏ। ਠੀਕ ਹੈ ਜੀ, ਮੈਨੂੰ ਇਹ ਠੀਕ ਹੈ। ਲੱਗਦਾ ਇਸ ਤਰ੍ਹਾਂ ਹੀ ਬ੍ਰਹਮ ਸਭ ਚ ਇੱਕ ਹੈ, ਯੂਨਿਟਸ ਸਾਡੇ ਜੂਨਾ ਵਿਦਿਨ ਜੋਨਾ ਵੇਰੀਏਸ਼ਨ, ਉਸ ਵੱਲ ਮੈਨੂੰ ਲੱਗਦਾ ਇਸ਼ਾਰਾ ਹੋ ਰਿਹਾ। ਠੀਕ ਹੈ। ਆਈ ਥਿੰਕ ਮੈਂ ਥੋੜਾ ਜਿਹਾ ਇਹਦੇ ਚ ਐਡ ਕਰਨਾ ਚਾਹਾਂਗਾ। ਹਾਂਜੀ ਵੀਰ ਜੀ। ਦੋ ਚੀਜ਼ਾਂ ਹੈਗੀਆਂ, ਇੱਕ ਬ੍ਰਹਮੰਡ ਹੈ ਜਿਹਦੇ ਵਿੱਚ ਸੂਰਜ ਇੱਕ ਕੰਪੋਨੈਂਟ ਹੈਗਾ। ਸੂਰਜ ਇੱਕ ਹੋਣ ਦਾ ਇਸ਼ਾਰਾ ਕਰਦਾ, ਔਰ ਜਿਹੜੇ ਅਸੀਂ ਇਹ ਧਰਤੀ ਤੇ ਜੀ ਹੈਗੇ ਆ, ਸਾਡੇ ਲਈ ਹੀ ਰੁੱਤਾਂ ਦਾ ਕਨਸੈਪਟ ਹੈਗਾ, ਕਿਉਂਕਿ ਜੇ ਅਸੀਂ ਪੁਲਾੜ ਚ ਚਲੇ ਜਾਈਏ, ਯੂਨੀਵਰਸ ਚ ਚਲੇ ਜਾਈਏ, ਤੇ ਉੱਥੇ ਕੋਈ ਰੁੱਤ ਮੀਨਿੰਗਲੈਸ ਹੋ ਜਾਂਦਾ, ਅੱਖਰ ਜਿਹੜਾ ਰੁੱਤ ਹੈ ਉਹ ਮੀਨਿੰਗਲੈਸ ਹੋ ਜਾਂਦਾ। ਸੋ ਮੇਰੀ ਥੋੜੀ ਜਿਹੀ ਵਿਚਾਰ ਇਹ ਹੈ ਕਿ ਦੋ ਤਰ੍ਹਾਂ ਦੇ ਰਿਦਮਸ ਚੱਲ ਰਹੇ ਨੇ, ਆਪਾਂ ਉਹਨੂੰ ਰਿਦਮ ਹੀ ਕਹਾਂਗੇ, ਮੂਵਮੈਂਟਸ ਕਹਿ ਲਓ ਉਹਨਾਂ ਦੀਆਂ। ਉਹ ਨੈਰੋ ਡਾਊਨ ਹੋ ਜਾਂਦੀ ਹੈ ਕਿ ਇੱਕ ਧਰਤੀ ਆਪਣੀ ਧੁਰੇ ਦੇ ਉੱਤੇ ਮੂਵ ਕਰ ਰਹੀ ਹੈ, ਜਿਹੜੀ ਇਹ ਪਲੈਨਟ ਧਰਤੀ ਹੈ ਇਹ ਆਪਣੇ ਧੁਰੇ ਤੇ ਮੂਵ ਕਰ ਰਹੀ ਹੈ, ਔਰ ਉਹਦੇ ਧੁਰੇ ਤੇ ਮੂਵ ਕਰਨ ਦੇ ਨਾਲ ਉਹ ਦਿਨ ਔਰ ਰਾਤ ਬਣਦਾ, ਕਿਉਂਕਿ 24 ਘੰਟੇ ਦੇ ਵਿੱਚ ਜਿਹੜੀ ਧਰਤੀ ਹੈ ਉਹ ਆਪਣੇ ਧੁਰੇ ਤੇ ਇੱਕ ਚੱਕਰ ਪੂਰਾ ਕਰ ਲੈਂਦੀ ਹੈ। ਹੁਣ ਉਸੇ ਦਿਨ ਰਾਤ ਦੀ ਐਕਸਟੈਂਸ਼ਨ ਜਿਹੜੀ ਹੈ ਉਹ ਜਦੋਂ ਧਰਤੀ ਉਹੀ ਆਪਣੇ ਧੁਰੇ ਤੇ ਵੀ ਕਰ ਰਹੀ ਹੈ ਔਰ ਸੂਰਜ ਦੇ ਦੁਆਲੇ ਵੀ ਕਰ ਰਹੀ ਹੈ, ਜਦੋਂ ਉਹ ਆਪਣੇ ਧੁਰੇ ਦੇ ਨਾਲ ਨਾਲ ਦੋ ਮੂਵਮੈਂਟਸ ਚੱਲ ਰਹੀਆਂ, ਇੱਕ ਆਪਣੇ ਧੁਰੇ ਦੇ ਉੱਤੇ, ਇੱਕ ਸੂਰਜ ਦੇ ਦੁਆਲੇ। ਸੋ ਅਗਰ ਅਸੀਂ ਇਹਨੂੰ ਸਿੱਧੇ ਸ਼ਬਦਾਂ 'ਚ ਦੇਖੀਏ ਤੇ ਦੋ ਮੂਵਮੈਂਟ, ਇੱਕ ਮੇਰੇ ਅੰਦਰ ਦੀ ਮੂਵਮੈਂਟ ਹੈ, ਇੱਕ ਮੇਰੀ ਬਾਹਰਲੀ ਦੁਨੀਆ ਦੇ ਨਾਲ ਜਿਹੜੀ ਇੰਟਰੈਕਟਿਵਨੈਸ ਹੈ ਉਹਦੀ ਮੂਵਮੈਂਟ ਹੈ। ਇਹ ਦੋਨੋਂ ਮੂਵਮੈਂਟ ਐਕਚੁਅਲੀ ਹੈ ਇੱਕੋ ਹੀ, ਲੇਕਿਨ ਸਮਝ ਜਿਹੜੀ ਆਉਣੀ ਹੈ ਉਹ ਅੰਦਰੋਂ ਆਉਣੀ ਹੈ, ਜਿਹਨੂੰ ਆਪਾਂ ਨਿਰੰਕਾਰ ਦੇ ਵਿਊ 'ਚ ਲੈ ਰਹੇ ਹਾਂ। ਸੋ ਜਿਹੜੀ ਆਪਣੇ ਅੰਦਰ ਮੇਰੀ ਧੁਰ ਚੱਲ ਰਹੀ ਹੈ, ਉਹ ਮੈਨੂੰ ਐਂ ਜਾਪਦਾ ਕਿ ਉੱਥੇ ਮਹਾਰਾਜ ਨੇ ਗੁਰੂ ਲਾਰੇ ਥੱਲੇ ਔਂਕੜ ਪਾ ਕੇ ਸਮਝਾਇਆ ਹੋਇਆ। ਤਾਂ ਜਿਹੜੀ ਬਾਹਰ ਦੀ ਦ੍ਰਿਸ਼ਟਮਾਨ ਹੈ ਮੇਰਾ, ਉਹ ਜਦੋਂ ਮੇਰਾ ਧਿਆਨ ਪੰਜ ਇੰਦਰੀਆਂ ਨੂੰ ਗਾਈਡ ਕਰਦਾ ਤਾਂ ਉਹ ਬਾਹਰਲੀ ਮੇਰੀ ਦੁਨੀਆ ਬਣਾਉਂਦਾ, ਪਰ ਹੈ ਸਾਰਾ ਕੁਝ ਇੱਕੋ। ਗੁਰੂ ਜਿਹੜਾ ਅੰਦਰ ਵਾਲਾ ਹੈ ਔਰ ਗੁਰ ਜਿਹੜਾ ਬਾਹਰ ਵਾਲਾ ਹੈ, ਉਹ ਹੈ ਸਭ ਇੱਕੋ ਹੀ। ਇਹ ਸ਼ਾਇਦ ਦੋਨਾਂ ਰੁੱਤ ਦੇ ਥੱਲੇ ਜਿਹੜੀ ਡਿਨੋਮੀਨੇਸ਼ਨ ਆ ਜਾਂਦੀ ਹੈ, ਡੇ ਟੂ ਡੇ ਨਾਈਟ ਦੀ ਮੂਵਮੈਂਟ, ਉਹੀ ਅੱਗੇ ਵੱਧ ਕੇ ਰੁੱਤਾਂ 'ਚ ਬਦਲ ਜਾਂਦੀ ਹੈ ਜਦੋਂ ਉਹ ਆਪਣੇ ਆਲੇ ਦੁਆਲੇ ਤੋਂ ਨਿਕਲ ਕੇ ਮੇਰਾ ਧਿਆਨ, ਜਿਹੜਾ ਇੱਕ ਅੰਦਰ ਧਿਆਨ ਹੈ, ਜਦੋਂ ਉਹ ਮੇਰੇ ਆਪਣੇ ਅੰਦਰ ਦੇ ਆਲੇ ਦੁਆਲੇ ਤੋਂ ਨਿਕਲ ਕੇ ਬਾਹਰ ਵੱਲ ਨੂੰ ਪ੍ਰਗਟ ਹੁੰਦਾ ਹੈ ਤਾਂ ਉਹ ਮੈਨੂੰ ਦ੍ਰਿਸ਼ਟਮਾਨ ਹੋ ਜਾਂਦਾ ਹੈ, ਨਹੀਂ ਤੇ ਮੈਂ ਜੋਤ ਸਰੂਪ 'ਚ ਆ ਜਾਂਦਾ। ਸੋ ਧਰਤੀ ਦੇ ਆਲੇ ਦੁਆਲੇ ਜਿਹੜੀ ਮੂਵਮੈਂਟ ਹੈ ਉਹ, ਤੇ ਧਰਤੀ ਦੀ ਸਨ ਦੇ ਅਰਾਊਂਡ ਮੂਵਮੈਂਟ ਜਿਹੜੀ ਹੈ ਉਹ ਡਿਸਟਿੰਗੁਇਸ਼ ਮੈਨੂੰ ਲੱਗਦਾ ਹੈ ਹੋਈ ਹੈ। ਬਾਕੀ ਸੰਗਤ ਥੋੜਾ ਹੋਰ ਇਸ ਤੇ ਕਲੈਰੀਫਾਈ ਕਰ ਸਕਦੀ ਹੈ। ਠੀਕ ਹੈ, ਥੈਂਕ ਯੂ ਵੀਰ ਜੀ। ਹਾਂਜੀ ਦਿਨਮੋਹਨ ਵੀਰ ਜੀ। ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਨਹੀਂ ਮੈਂ ਠੀਕ ਹੈ ਜੀ, ਤੁਸੀਂ ਦੱਸੋ ਕੀ ਕਹਿਣਾ ਚਾਹ ਰਹੇ ਹੋ। ਹਾਂਜੀ, ਕੁਝ ਐਡ ਕਰੋਗੇ ਇਹਦੇ ਵਿੱਚ ਜਾਂ ਐਟਲੀਸਟ ਨਾਨਕ ਕਰਤੇ ਕੇ ਕੇਤੇ ਵੇਸ, ਇਸ ਲਾਈਨ ਤੇ ਥੋੜਾ ਜਿਹਾ ਕੁਝ ਹੋਰ ਇਲੈਬੋਰੇਟ ਕਰੋਗੇ ਕਿ ਇਹ ਜੋ ਆਪਣੀ ਲਾਸਟ 3 ਲਾਈਨਾਂ ਹੈਗੀਆਂ ਨੇ ਇਹ ਰਹਾਉ ਦੀ ਪੰਕਤੀ ਨਾਲ ਕਿਵੇਂ ਕਨੈਕਟ ਕਰ ਰਹੀਆਂ ਹੈਗੀਆਂ ਨੇ? ਪੂਰੇ ਸ਼ਬਦ ਦਾ ਇੱਕੋ ਹੀ ਸਾਰ ਆ ਰਿਹਾ ਹੋਏਗਾ ਨਾ? ਹਾਂਜੀ, ਨਹੀਂ ਬਿਲਕੁਲ। ਦੇਖੋ ਗੱਲ ਤਾਂ ਰਹਾਉ ਦੀ ਪੰਕਤੀ ਤਾਂ ਜਿਵੇਂ ਹੁਣ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਵੀ ਕਰਤੇ ਕੀ ਕੀਰਤੀ ਕਿੱਥੇ ਬਾਬਾ ਜੈ ਘਰ ਕਰਤੇ ਕੀਰਤੀ ਹੋਏ, ਸੋ ਘਰ ਰਾਖ ਵਡਾਈ। ਤਾਂ ਵਡਾਈ ਤਾਂ ਉੱਥੇ ਵਡਿਆਈ ਹੋਈ ਹੈ ਤੇਰੀ ਜਿੱਥੇ ਕੀਰਤੀ ਹੋ ਰਹੀ ਹੈ, ਹਨਾ। ਬਾਹਰੋਂ ਤਾਂ ਉਪਦੇਸ਼ ਜਿੰਨੇ ਮਰਜ਼ੀ ਲੈ ਲੈ, ਬਾਹਰ ਵੱਖਰੇ ਵੱਖਰੇ ਘਰ ਹੋ ਗਏ, ਪਰ ਜਿਹੜੇ ਘਰ ਦੇ ਵਿੱਚ ਕੀਰਤੀ ਹੋ ਰਹੀ ਹੈ, ਜਿਹੜੇ ਹਿਰਦੇ ਵਿੱਚ, ਸ਼ਾਂਤ ਹਿਰਦੇ ਵਿੱਚ ਕੀਰਤੀ ਵਡਿਆਈ ਤਾਂ ਉੱਥੇ ਹੋਈ ਹੈ। ਤੇ ਉਹ ਕਿਹਦੀ ਕੀਰਤੀ ਹੋਈ ਹੈ? ਕਰਤੇ ਕੀ ਕੀਰਤੀ ਹੋਈ ਹੈ। ਤਾਂ ਉਹਨਾਂ ਨੇ ਕਰਤੇ ਕਿ ਕੇਤੇ ਵੇਸ ਜਿਹੜੇ ਪਹਿਲਾਂ ਸਾਨੂੰ, ਹੁਣ ਮੈਂ ਇਹ ਐਗਰੀ ਕਰਦਾ ਵੀਰ ਜੀ ਨੇ ਪਹਿਲਾਂ ਜਿਵੇਂ ਹੁਣ ਗੱਲ ਦੱਸੀ ਹੈ, ਇਹ ਤਾਂ ਜਿਵੇਂ ਅਸੀਂ ਵਿਸ਼ਵ ਵਿੱਚ ਅਸੀਂ ਘੜੀਆਂ ਪਹਿਰਾ 33 ਵਾਰੀ ਮਾਹ ਹੋਆ, ਹਨਾ, ਇਹ ਤਾਂ ਵੱਖਰੇ ਵੱਖਰੀਆਂ ਸਮੇਂ ਨੂੰ ਅਸੀਂ ਵੰਡ ਲਿਆ।
ਸਕਿੰਟਾਂ ਮਿੰਟਾਂ ਵਿੱਚ ਜਿਵੇਂ ਮਰਜ਼ੀ ਅਸੀਂ ਆਪਣੀ ਜ਼ਿੰਦਗੀ ਨੂੰ ਚਲਾਉਣ ਵਾਸਤੇ। ਹਾਂਜੀ ਪਰ ਸੂਰਜ ਤੇ ਇੱਕੋ ਹੀ ਹੈ। ਹੁਣ ਸੂਰਜ ਇੱਕੋ ਰੁੱਤ ਅਨੇਕ ਦੀ ਗੱਲ ਏਦਾਂ ਵੀ ਅਸੀਂ ਦੇਖ ਸਕਦੇ ਹਾਂ ਕਿ ਵੀ ਹੁਕਮ ਤਾਂ ਇੱਕੋ ਹੀ ਹੈ ਤੇ ਅਸੀਂ ਵੱਖਰੀਆਂ ਵੱਖਰੀਆਂ ਉਸ ਹੁਕਮ ਦੇ ਵਿੱਚ ਚੱਲ ਕੇ ਜੀਵਨ ਦੇ ਵਿੱਚ ਜੀਂਦੇ ਆਏ ਹਾਂ, ਵੱਖਰੀਆਂ ਜੂਨਾਂ ਵਿੱਚ ਹੁੰਦੇ ਆਏ ਹਾਂ। ਸਾਰੀਆਂ ਜੂਨਾਂ ਦੇ ਵਿੱਚ ਬ੍ਰਹਮ ਇੱਕੋ ਹੀ ਹੈ, ਇੱਕੋ ਹੀ ਹੁਕਮ ਦੇ ਵਿੱਚ ਚੱਲਦਾ ਆਇਆ ਹੈ। ਉਹ ਵੱਖਰੇ ਵੱਖਰੇ ਵੇਸ ਲੈਂਦਾ ਆਇਆ ਹੈ। ਉਹਨੇ ਉਪਦੇਸ਼ ਇੱਥੇ ਆ ਕੇ ਹੁਣ ਉਹ ਵਾਲਾ ਲੈਣਾ ਹੈ ਕਿ ਉਹਨੇ ਆਪਣੇ ਆਪ ਨੂੰ ਮਰਜ ਕਰਨਾ ਹੈ। ਪਿੱਛੋਂ ਚੱਲਦਾ ਆਇਆ ਹੁਕਮ ਦੇ ਵਿੱਚ, ਪਰ ਹੁਣ ਇੱਥੇ ਆ ਕੇ ਵੀ ਉਹਦਾ ਉਹ ਕੰਮ ਹੈ, ਉਹ ਉਪਦੇਸ਼ ਉਹ ਜਿਹੜਾ ਹੈ ਜਿਹਦੇ ਨਾਲ ਉਹਨੇ ਮਰਜ ਹੋਣਾ ਕਰਤੇ ਦੇ ਵਿੱਚ। ਕਰਤੇ ਕੇ ਕੀਤੇ ਵੇਸ ਤਾਂ ਹੈ ਹੀ ਨਹੀਂ, ਕਿਉਂਕਿ ਪਿੱਛੋਂ ਜੁਨੀਆਂ 'ਚ ਚੱਲਦਾ ਹੈ, ਪਰ ਵੇਸ ਤਾਂ ਇੱਕੋ ਹੀ ਹੈ, ਬ੍ਰਹਮ ਤੇ ਇੱਕੋ ਹੀ ਹੈ। ਜੁਨੀਆਂ ਵੱਖਰੀਆਂ ਵੱਖਰੀਆਂ 'ਚ ਘੁੰਮਦਾ ਆਇਆ ਪਿੱਛੋਂ। ਠੀਕ ਹੈ ਜੀ, ਹਾਂਜੀ ਥੈਂਕ ਯੂ ਵੀਰ ਜੀ। ਹਾਂਜੀ ਸੁਰਜੀਤ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ। ਸੋ ਮੈਂ ਵਿਚਾਰ ਸਾਰੀ ਸੁਣ ਰਿਹਾ, ਮੇਰੇ ਹਿਸਾਬ ਨਾਲ ਇਟਸ ਕੁਆਇਟ ਫਾਈਨ। ਉਹ ਜੋ ਵਿਸ਼ਵ ਵਿੱਚ ਸੀ ਘੜੀਆਂ ਪਹਿਰਾ ਜਿਹੜਾ ਲਿਖਿਆ ਹੈ, ਉਹ ਜਿਵੇਂ ਗੁਰਜੀਤ ਜੀ ਨੇ ਕਿਹਾ ਇਟਸ ਕੁਆਇਟ ਟਰੂ ਕਿ ਉਹ ਇੱਕ ਗੱਲ ਹੀ ਦੱਸੀ ਹੈ ਵੀ ਵੈਸੇ ਸਮਾਂ ਤਾਂ ਇੱਕੋ ਹੀ ਹੈ। ਜਦੋਂ ਸਮੇਂ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਸੂਰਜ ਤੇ ਚੰਦ ਦੇ ਨਾਲ ਹੀ ਬਣੀ ਹੈ। ਇਸ ਤੋਂ ਪਹਿਲਾਂ ਤਾਂ ਜਿਵੇਂ ਜਿਹੜੀ ਮੇਨ ਡਿਸਟ੍ਰੀਬਿਊਸ਼ਨ ਦੱਸੀ ਹੈ, ਜਿਹੜੀ ਮੇਨ ਫਰਕ ਜਿਹੜਾ ਸਭ ਤੋਂ ਮੁੱਢਲਾ ਫਰਕ ਦੱਸਿਆ ਉਹ ਸੂਰਜ ਚੰਦ ਦਾ ਹੀ ਫਰਕ ਹੈ। ਕਿਉਂਕਿ ਸੂਰਜ ਚੰਦ ਤੋਂ ਪਹਿਲਾਂ ਕੁਛ ਨਹੀਂ ਸੀਗਾ। ਜਦੋਂ ਅਰਬਲ ਨਰਬਲ ਧੁੰਦੂਕਾਰਾ ਕਿਹਾ ਗੁਰੂ ਸਾਹਿਬ ਨੇ, ਉਦੋਂ ਇਹ ਗੱਲ ਕਹੀ ਹੈ ਵੀ ਅਰਬਲ ਨਰਬਲ ਧੁੰਦੂਕਾਰਾ ਧਰਨ। ਦੇਖੋ ਕੁਝ ਚੀਜ਼ਾਂ ਮੇਨ ਚੀਜ਼ਾਂ ਉੱਥੇ ਦੱਸੀਆਂ, ਧਰਨ ਨਹੀਂ ਹੈ ਉੱਥੇ, ਧਰਨ ਨਾ ਗਗਨਾ, ਕਿਉਂਕਿ ਇਹ ਰੈਫਰੈਂਸਿਸ ਹੈਗੇ ਸਾਡੇ ਕੋਲ, ਧਰਤੀ, ਗਗਨ ਤੇ ਨਾ ਹੁਕਮ ਨਹੀਂ ਹੈ, ਨਾਲ ਕਹਿੰਦੇ ਨਾ ਦਿਨ ਰਹਿਣ, ਨਾ ਦਿਨ ਹੈ, ਨਾ ਰਾਤ ਹੈ, ਨਾ ਚੰਦ, ਨਾ ਸੂਰਜ। ਇਹ ਚੀਜ਼ਾਂ ਲਿਖੀਆਂ, ਮਤਲਬ ਇਹ ਮੇਨ ਇੰਪੋਰਟੈਂਟ ਚੀਜ਼ਾਂ ਸੀਗੀਆਂ। ਹੁਣ ਜਦੋਂ ਇਹ ਚੀਜ਼ਾਂ ਬਣੀਆਂ ਨੇ, ਇਸ ਤੋਂ ਸਾਡੇ ਕੋਲ ਸਮਾਂ ਬਣਿਆ। ਪਰ ਕਬੀਰ ਸਾਹਿਬ ਨੇ ਗੱਲ, ਭਗਤਾਂ ਨੇ ਗੱਲ ਕਲੀਅਰ ਕੀਤੀ ਕਿ ਜਿਵੇਂ ਜਿਹੜੀ 36 ਵਾਰ ਦੀ ਗੱਲ ਆਈ ਹੈ, ਉੱਥੇ ਵੀ ਇਹੀ ਗੱਲ ਕੀਤੀ, ਕਹਿੰਦੇ 15 36 7 ਵਾਰ ਕਹੇ ਕਬੀਰ ਉਰਵਾਰ ਨਾ ਪਾਰ। ਉਹ ਉਰਵਾਰ ਹੈ, ਪਾਰ ਨਹੀਂ ਹੈਗੀ। ਉਰਵਾਰ ਤੋਂ ਭਾਵ ਹੈਗਾ ਅਸੀਂ ਸੁਖ ਸਾਗਰ, ਭਾਵ ਸਾਗਰ 'ਚ ਤਾਂ ਐਗਜ਼ਿਸਟ ਕਰਦੀਆਂ ਚੀਜ਼ਾਂ, ਸੁਖ ਸਾਗਰ 'ਚ ਨਹੀਂ ਕਰਦੀਆਂ। ਜੋਤ ਜਿਹੜਾ ਜਿੱਥੇ ਨਿਰੰਕਾਰ ਵਸਦਾ ਹੈ, ਜਦੋਂ ਨਿਰੰਕਾਰ ਹੋ ਕੇ ਜੋਤ ਵਸੂਗੀ ਜਿੱਥੇ, ਉੱਥੇ ਉਹਦੇ ਕੋਲ ਕੋਈ ਸਮੇਂ ਦੀ ਲਿਮਿਟੇਸ਼ਨ ਨਹੀਂ ਹੈਗੀ। ਕਿਉਂਕਿ ਸਮਾਂ ਤਾਂ ਇਹਨੂੰ ਤਾਂ ਲੱਗਦਾ ਨਾ ਜਦੋਂ ਇਹ ਸਰੀਰ ਕਰਕੇ ਹੈ ਇੱਥੇ, ਔਰ ਸਰੀਰ ਕਰਕੇ ਜਿਹੜਾ ਸਮਾਂ ਹੈਗਾ ਉਹ ਤਾਂ ਇਕੱਲੇ ਬੰਦੇ ਨੂੰ ਨਹੀਂ, ਸਾਰੀ ਦੁਨੀਆ ਨੂੰ ਲੱਗ ਰਿਹਾ। ਉੱਦਾਂ ਉਹਨਾਂ ਨੂੰ ਸਮਝਾਇਆ, ਉੱਦਾਂ ਕਹਿ ਰਹੇ ਨੇ ਕਿ ਵਿਸਵੇ ਜਿਹੜੇ ਨੇ ਉਹ ਵੀ ਛੋਟਾ ਯੂਨਿਟ ਆ, ਫਿਰ ਉਸ ਤੋਂ ਵੱਡਾ ਯੂਨਿਟ ਚੱਸੇ ਨੇ, ਫਿਰ ਘੜੀਆਂ ਨੇ। ਮੈਨੂੰ ਜਿੰਨੀ ਸਮਝ ਆਈ ਸੀ ਵੀ ਵਿਸਵੇ ਅੱਖ ਝਪਕਾਉਣ ਨੂੰ ਕਹਿੰਦੇ ਨੇ, ਜਾਂ ਚੱਸੇ ਕਹਿੰਦੇ ਨੇ ਸ਼ਾਇਦ ਅੱਖ ਝਪਕਾਉਣ ਨੂੰ, ਦੋਵਾਂ ਜੋ ਕੋਈ ਇੱਕ ਨੂੰ ਕਹਿੰਦੇ ਆ। ਉਹ ਛੋਟਾ ਯੂਨਿਟ ਤੋਂ ਲੈ ਕੇ ਵੱਡੇ ਯੂਨਿਟ ਕਹਿ ਰਹੇ ਨੇ ਕਿ ਸਮਾਂ ਤਾਂ ਉਹੀ ਆ, ਪਰ ਉਹਨੂੰ ਅਸੀਂ ਕੀ ਕਹਿੰਦੇ ਆ ਵੀ ਸਮਝਾਉਣ ਲਈ ਉਹਦੇ ਡਿਫਰੈਂਟ ਯੂਨਿਟ ਬਣਾਤੇ। ਉਵੇਂ ਸਮਝਾਉਣ ਲਈ ਕਹਿਤਾ ਵੀ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕਿ ਕੀਤੇ ਵੇ। ਸੂਰਜ ਜਿਵੇਂ ਉਹ ਕਹਿ ਰਹੇ ਨੇ, ਜਿਵੇਂ ਸੂਰਜ ਤਾਂ ਇੱਕੋ ਹੀ ਹੈ, ਪਰ ਅਸੀਂ ਉਹਦੇ ਚੋਂ ਰੁੱਤਾਂ ਬਥੇਰੀਆਂ ਬਣਾ ਲਈਆਂ। ਕਿਉਂਕਿ ਰੁੱਤਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਸਮੇਂ ਤੇ ਇੱਕ ਅਲੱਗ-ਅਲੱਗ ਮਾਹੌਲ ਹੁੰਦਾ। ਕਦੀ ਠੰਡ ਦੀ ਗੱਲ ਆਉਂਦੀ ਹੈ, ਕਦੀ ਗਰਮੀ ਪੈ ਜਾਂਦੀ, ਕਦੀ ਮੀਂਹ ਪੈਂਦਾ ਹੈਗਾ। ਸੋ ਇਸ ਤਰ੍ਹਾਂ ਕਰਕੇ ਜਿਵੇਂ ਰੁੱਤ ਅਨੇਕ ਹੋਣ ਤੋਂ ਬਾਵਜੂਦ ਜਿਹੜਾ ਹੈ ਕਿ ਜਿਹੜਾ ਸੂਰਜ ਹੈ ਉਹ ਇੱਕੋ ਹੀ ਹੈ ਵਿੱਚ, ਉਵੇਂ ਕਰਤੇ ਕੀ ਕੀਤੇ ਵੇਖ ਨੇ, ਉਵੇਂ ਸਾਰਿਆਂ ਦੇ ਅੰਦਰ ਜਿਹੜਾ ਹੈ ਕਿ ਜੋਤ ਜਿਹੜੀ ਹੈ ਉਹ ਸਾਰਿਆਂ ਦੇ ਅੰਦਰ ਨਿਰੰਤਰ ਇੱਕੋ ਵਰਤ ਰਹੀ ਹੈ। ਜੋਤ ਦੇ ਅੰਦਰ ਜਿਹੜਾ ਵਾਧਾ ਘਾਟਾ ਹੈ ਗਿਆਨ ਦਾ, ਉਹ ਡਿਸਾਈਡ ਕਰਦੀ ਹੈ ਕਿ ਜੋਤ ਦਾ ਅਗਲਾ ਸਟੈਪ ਕੀ ਹੈ। ਹਰ ਇੱਕ ਬੰਦੇ ਦੇ ਅੰਦਰ, ਜਿਵੇਂ ਗੁਰਬਾਣੀ ਕਹਿ ਰਹੀ ਵੀ ਨਾਮ ਤੱਤ ਸਭ ਹੀ ਸਿਰ ਜਾਪੈ, ਨਾਮ ਤੱਤ ਸਾਰਿਆਂ ਦੇ ਸਿਰ ਤੇ ਜਾਪਦਾ। ਸਾਰੇ, ਇਹ ਜੀ ਕੋਈ ਚੀਜ਼ ਨਹੀਂ ਹੈ ਜਿਸ 'ਚ ਉਹਨੇ ਆਪਣਾ ਗਿਆਨ ਨਾ ਪਾਇਆ ਹੋਵੇ।
सतगुर ते खाली को नहीं, जेता जगत सब कोय। सतगुर तो खाली कोई नहीं है, जगत जिन्ना बनाया सारा, जगत के अंदर कोई कल्ले बंदे दा बनाए नहीं, जिन्ने जी बनाए ने सारिया विच ही अपनी जोत पाई हुई है, सारिया विच ही ये जड़ा है गुर एक बेसनेक बेसनेक करके है, पर विच सारिया दा ही है, मौजूद है। ये गल वखरी है कि सारिया दे अंदर ज्ञान वखरा है। जिवें जिवें ज्ञान परिवर्तन होंदा है उवें उवें दी रुत बदल जाती है। जिवें भगतां ने लिखिया है, इस मन को बसंत की लगे ना शोहे। हुण उत्थे भगत दी अवस्था कुछ होर है, बंदे नूं कुछ होर समझ आंदी है। तां करके जिहड़ा है कि रुत जिहड़ी है ये बड़ी इंपॉर्टेंट है। रुत जिहड़ा है ये ज्ञान दा सब्जैक्ट है। जदों गुरबाणी कह रही है जे एक होए तां उगवे, रुती हूं रुत होए, इत्थे रुत दी गल करदे फिर देखो, क्योंकि कहते कि एक होके उगन नूं भी रुत चाहिए है। बीज भी जिहड़ा हैगा वो पौधा तां बनदा है जो रुत दी पूरी हो जाए। जे पूरी उहनूं प्रॉपर रुत मिले, पूरी तरह नाल उहनूं ठंड गर्मी हर बीज नूं वखरी रुत दी लोड़ हुंदी है ना, उस तरह जिहड़ा है हर जी का ज्ञान वखरा है। हर जी के अंदर किहड़े किहड़े ज्ञान की कमी है, उन जिन्हें जिहड़ा ज्ञान की कमी है जदों साध लैंदा है उहदी रुत बदल जाती है। तां करके उदों भगतां नूं जिहड़ा है कि ये कह के गल समझानी पई कि सूरज तां इक्को ही है, ज्ञान विच देण वाला जिहड़ा है वो तां विच इक्को ही है सारियां दे, पर रुत वखरी है, रुत नेक है। उन्हां दा जिहड़ा है एक ज्ञान की अवस्था जिहड़ी है वो वखरी वखरी है सारियां दी। इस तरह नानक करते के केते वेस, इउं नानक कह रहा है कि करते दे किन्ने ही वेस ने, किन्नी तरह नाल करते दा पसारा जिहड़ा है वो एक्चुअल च पता की है, साडी दृष्टि वड्डी कराई है गुरु नानक पातशाह ने। एक बिगर सेंस नाल सानू सोचण नूं मजबूर कीता। कह रहे ने कि एक अपने आले दुआले कल्ले एक मनुख दी गल नहीं, सारे संसार च इन्नियां लखां करोड़ां जिहड़ी जूनियां बनाईयां सारियां दे अंदर ही वक्त है। पर यह गल वखरी है कि इनू समझ मनुखी जोनी जा रहा, तां करके असीं मनुखी जोनी नाल काफी जल्दी इनू समझ लैंदे आ। पर असलियत च देखो ना, करते कि जिहड़े इन्ने सारे वेस ने वो ज्ञान का ही फर्क है। वेस तो भाव की है, हर जोत का वखरा ज्ञान है। ज्ञान तो ओहदा फर्क पै जांदा हैगा। वो हुण ज्ञान तो जिहड़ा हैगा कि इहदे तो जिहड़ी थल्ले दी जोनियां ने उहनां दा ज्ञान बिल्कुल घट हैगा। वो जोनी जिहड़ी हैगी वो असीं थल्ले मन लैंदे आ। उवें भगतां दी जिहड़ी श्रेणी है वो सब तो असीं उत्तम मन्निया। तां नारक ते सुर होए जात निमख में, वो तां डिस्टिंगुइशन दित्ती है ना। वो हुण रुत वखरी हो गई, जदों नारक तो सुर हो रहा है वखरी रुत हो गई। सतगुर बुद्ध सिखलाई नर ते उपजे सुर को जीत्यो, ये सुमति में पाई। तां करके ये डिस्टिंगुइशन दित्ती है। हुण ये रुत्तां ही ने असलियत च, वो तां करके सिर्फ उन्होंने ब्रेक डाउन करके समझाया है सानू। जिवें विश्व विच असीं घड़ियां पैरां तो जिवें गल हो रहा है भी 36 वारी माहो होवा, हुण वो समा तां इक्को ही, असीं सिर्फ यूनिट बना ले। उवें सूरज इक्को ही है, रुत जिहड़ी है ओहदा यूनिट है। उवें नानक कहंदा भी जोत इक्को ही है, ज्ञान यूनिट रहूगा ओहदा। ज्ञान च कितना वाधा हो रहा है कितना घाटा हो रहा है ये डिसाइड करू ज्ञान की अवस्था की है। सो ये ज्ञान दे जिवें असीं संसार दे अंदर दिन दे छोटे वड्डे दू मनदे आ, उवें जिहड़ा है जोत दा जिहड़ा लेवल है वो ज्ञान छोटा वड्डा होगा, ओहदे तो पता लगू ये किन्ना जिहड़ी इहदी हैगी। क्योंकि कोई संसार दे बारे समझाउण दा सबजैक्ट नहीं हैगा गुरबाणी दा, दुनिया के बारे समझाउण दा नहीं हैगा। वो तो दुनिया के बारे तो की समझाना, इत्थे तां रचना जिहड़ी इह बदलाव ही इन्ना आंदा रहिंदा, अज नूं कदी दिन छोटा कदी वड्डा हो जांदा। ये संसारी समझ नहीं हैगी। संसारी एग्जाम्पल तो सानू जोत की समझ पाई है, आकार की समझ तो निराकार की समझ पाई है, कुदरत के अंदो कादर की समझ पाई है, ओदी जिहड़ी किरत बनाई है, किरत चो करते नूं लभण दी सानू समझ दसी है। तां करके एग्जाम्पल किरत दे लई जा रहे ने, समझ करते दी लई जा रहे ने। एग्जाम्पल जड़ की लई जा रहे ने, समझ चेतन की लई जा रहे ने। क्योंकि मुद्दा साडे कोल चेतन है, साडे कोल जड़ का मुद्दा नहीं हैगा।
ਸੰਸਾਰ ਦੀ ਕਿੰਨੀ ਰਚਨਾ ਬਣੀ ਹੈ ਇਹ ਸਬਜੈਕਟ ਨਹੀਂ ਹੈਗਾ ਗੁਰਬਾਣੀ ਦਾ। ਕੋਈ ਇਹ ਸਮਝੇ ਵੀ ਇਹ ਸਾਇੰਟੀਫਿਕ ਤੌਰ ਤੇ ਸਮਝਾਈ ਜਾ ਰਹੇ ਨੇ। ਗੁਰਬਾਣੀ ਸਾਇੰਸ ਨਹੀਂ ਹੈਗੀ, ਗੁਰਬਾਣੀ ਮੈਥਮੈਟਿਕਸ ਹੈ ਅਸਲੀਅਤ ਦੇ ਅੰਦਰ। ਗੁਰਬਾਣੀ ਮੈਥਮੈਟਿਕਸ ਹੈਗਾ, ਫਾਰਮੂਲਾ ਹੈਗਾ। ਇਹ 'ਚ ਕੋਈ ਇੱਕ ਪੁਆਇੰਟ ਦਾ ਵੀ ਜੇ ਅੱਗੇ ਪਿੱਛੇ ਕਰ ਲਓ ਆਨਸਰ ਚੇਂਜ ਹੋ ਜਾਂਦਾ, ਜਿਵੇਂ ਮੈਥਮੈਟਿਕਸ ਅਸੀਂ ਕਰਦੇ ਹਾਂ। ਤਾਂ ਕਰਕੇ ਇਹਨੂੰ ਅਸੀਂ ਸਾਇੰਟੀਫਿਕ ਨਹੀਂ ਲੈ ਸਕਦੇ ਕਿ ਗੁਰੂ ਸਾਹਿਬ ਨੇ ਜੀ ਦੱਸੀਆਂ ਗੱਲਾਂ। ਗੱਲ ਤਾਂ ਕੁਝ ਕਹਿ ਰਹੇ ਨੇ ਵੀ ਇਹ ਤਾਂ ਮਾਇਆ ਚੋਂ ਤਾਂ ਐਗਜ਼ਾਮਪਲ ਹੀ ਲਿੱਤੀ ਹੈ ਬਸ। ਗੱਲ ਤਾਂ ਫਿਰ ਚੇਤਨ ਦੀ ਰਹਿ ਜਾਊਗੀ ਵਿੱਚੋਂ। ਜੇ ਚੇਤਨ ਵਾਲੀ ਗੱਲ ਨਹੀਂ ਸਮਝਦੇ ਫਿਰ ਗੱਲ ਉੱਥੇ ਹੀ ਰਹਿ ਜਾਂਦੀ ਹੈਗੀ। ਹੁਣ ਦੁਨੀਆ 'ਚ ਤਾਂ ਜਿਹੜਾ ਹੈਗਾ ਕਿ ਬੜੀਆਂ ਚੀਜ਼ਾਂ ਨੇ, ਹਰ ਘੜੀ ਹਰ ਪਲ ਚੀਜ਼ਾਂ ਬਦਲਦੀ ਜਾਂਦੀਆਂ, ਪਰ ਇਹਦੇ ਵਿੱਚ ਜਿਹੜਾ ਜੋਤ ਰਹਿ ਰਹੀ ਹੈ ਉਹ ਕੀ ਹੈਗਾ, ਉਹ ਸਦਾ ਹੀ ਨਿਰੰਤਰ ਹੈ। ਉਹ ਕਹਿ ਨਾ ਸਕੇ ਕੋ ਤੋਂ ਕਦਕਾ, ਉਦੋਂ ਤੋਂ ਉਹ ਚੱਲੀ ਆ ਰਹੀ ਹੈ ਜੋਤ। ਇਹ ਜਿਹੜਾ ਹੈਗਾ ਇਹਦੇ ਆਦ ਨਹੀਂ, ਇਹਦਾ ਪਿਛੋਕੜ ਨਹੀਂ ਹੈਗਾ, ਉਦੋਂ ਤੋਂ ਚੱਲੀ ਆ ਰਹੀ ਹੈ। ਸਮਝ ਉਹਦੀ ਦੇ ਰਹੇ ਨੇ ਐਕਚੁਅਲ 'ਚ। ਸੋ ਇੰਨਾ ਕੁ ਦੱਸਦਾ ਵਿਚਾਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਵੀਰ ਜੀ। ਹਾਂਜੀ ਆਂਟੀ ਜੀ। ਹਾਂਜੀ ਹਾਂਜੀ, ਤੁਸੀਂ ਕੁਝ ਐਡ ਕਰੋਗੇ? ਲਾਸਟ ਲਾਈਨਾਂ ਵਿੱਚ ਕਾਫੀ ਹਿੱਸੇ ਹੋ ਗਏ। ਹਾਂਜੀ ਹਾਂਜੀ, ਪਲੀਜ਼ ਅਗਰ ਕਹੋ ਤੇ। ਹਾਂਜੀ ਜੀ ਪਲੀਜ਼ ਕਰੋ ਜੀ। ਹਾਂਜੀ, ਮੈਨੂੰ ਜੋ ਸਮਝ ਆਇਆ ਉਹ ਇਸ ਤਰ੍ਹਾਂ ਹੈਗਾ ਰਾਜੇ ਕਿ ਗੁਰੂ ਪਾਤਸ਼ਾਹ ਨੇ ਸਾਨੂੰ, ਜਿਵੇਂ ਚਰਨਵੀਰ ਜੀ ਕਹਿ ਰਹੇ ਸੀ ਵੀ ਸੂਰਜ, ਧਰਤੀ, ਇਹਨਾਂ ਦਾ ਜਿਹੜਾ ਕੁਦਰਤ ਦੇ ਕਰਤੇ ਨੇ, ਇਹਨਾਂ ਨੂੰ ਜਿਹੜਾ ਚਲਾਇਆ ਹੈ, ਜਿਵੇਂ ਦਿਨ ਰਾਤ ਬਣਾਏ ਨੇ, ਇਹ ਵੀ ਉਸ ਕਰਤੇ ਦੇ ਹੁਕਮ ਵਿੱਚ ਨੇ। ਕਰਤੇ ਨੇ ਧਰਤੀ ਨੂੰ ਹੁਕਮ ਦਿੱਤਾ ਹੋਇਆ ਨਾ ਕਿ ਤੂੰ ਰੋਟੇਟ ਵੀ ਕਰਨਾ ਹੈ ਔਰ ਤੂੰ ਸੂਰਜ ਦੇ ਦੁਆਲੇ ਰਿਵੋਲਵ ਵੀ ਕਰਨਾ ਹੈ। ਤੇ ਸੰਸਾਰ ਨੇ ਆਪਣੀ ਸਹੂਲਤ ਲਈ, ਆਪਣੇ ਸੰਸਾਰੀ ਕਿਰਤ ਲਈ ਇਹ ਵਿਸਵੇ ਚਸੀਆਂ ਘੜੀਆਂ ਪੈਰਾਂ ਥਿੱਤੀ ਵਾਰੀ, ਇਹ ਸਾਰੇ ਨਾਂ ਦਿੱਤੇ। ਇਹ ਵਿਸਵਾ ਜਿਹਨੂੰ ਕਿਹਾ ਜਾਂ ਚਸਿਆਂ ਜਿਹਨੂੰ ਕਿਹਾ, ਇਹ ਬੋਲੀ ਤੇ ਸੰਸਾਰੀ ਹੈ ਨਾ। ਗੁਰਬਾਣੀ ਦੀ ਜਾਂ ਨਿਰਾਕਾਰੀ ਬੋਲੀ ਵਿੱਚ ਲਫ਼ਜ਼ਾਂ ਦੀ ਵੰਡ ਨਹੀਂ ਹੈ। ਜਿਹੜੇ ਲਫ਼ਜ਼ ਵੀ ਗੁਰਬਾਣੀ ਨੇ ਦਿੱਤੇ ਨੇ ਉਹ ਸਿਰਫ ਸਾਨੂੰ ਸਮਝਾਉਣ ਲਈ, ਅਦਰਵਾਈਜ਼ ਗਣਤ ਮਿਟਾਏ ਤਾਵਤ ਥਮਿਆ, ਕੋਈ ਗਿਣਤੀ ਮਿੰਤੀ ਗੁਰਬਾਣੀ ਨਹੀਂ ਸਾਨੂੰ ਪੇਸ਼ ਕਰਦੀ, ਕਿਉਂਕਿ ਉਸ ਬੋਲੀ 'ਚ ਗਿਣਤੀ ਮਿੰਤੀ ਨਹੀਂ ਹੈ। ਸੋ ਵਿਸਿਆ ਚਸੀਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ, ਇਹ ਸਾਰੀ ਜਿਹੜੀ ਵੰਡ ਕੀਤੀ ਗਈ ਇਹ ਅਕੋਰਡਿੰਗ ਟੂ ਸੂਰਜ ਨੂੰ ਸਾਹਮਣੇ ਰੱਖ ਕੇ ਜਾਂ ਧਰਤੀ ਦੇ ਘੁੰਮਣ ਨਾਲ ਹੀ ਕੀਤੀ ਗਈ। ਧਰਤੀ ਜਿਤਨਾ, ਹੁਣ ਧਰਤੀ ਦੇ ਦੋ ਨਿਯਮ ਨੇ। ਇੱਕ ਧਰਤੀ ਆਪਣੇ ਐਕਸਿਸ ਤੇ ਘੁੰਮਦੀ ਹੈ, ਉਹ ਐਕਸਿਸ ਤੇ ਘੁੰਮਣ ਕਰਕੇ ਇਹਦੇ ਰਾਤ ਦਿਨ ਬਣਦੇ ਨੇ। ਹੁਣ ਜਿਵੇਂ ਜਿਵੇਂ ਬਾਹਰ ਦੀ ਧਰਤੀ ਦਿਖਾਉਂਦੇ ਨੇ, ਅੰਦਰ ਮੇਰੀ ਵੀ ਧਰਤੀ ਦਿਖਾ ਰਹੇ ਨੇ, ਕਿਉਂਕਿ ਪਹਿਲਾ ਸ਼ਬਦ ਹੈ ਹੀ ਇਹੋ ਸੀ ਕਿ ਉਸ ਘਰ ਵਿੱਚ ਰਹਿ ਕੇ ਗਾ। ਤੇ ਉਸ ਘਰ ਵਿੱਚ ਹੁਣ ਜਦੋਂ ਸਦਾ ਰਹਿਣਾ, ਉਹ ਘਰ ਕੀ ਹੈ? ਹਿਰਦਾ ਰੂਪੀ ਧਰਤੀ। ਹੁਣ ਹਿਰਦੇ ਰੂਪੀ ਧਰਤੀ ਤੇ ਮੈਨੂੰ ਜਦੋਂ ਰਹਾਉ ਦੀ ਪੰਕਤੀ 'ਚ ਕਿਹਾ ਜਾ ਰਿਹਾ ਤੂੰ ਸਦਾ ਕਿਵੇਂ ਇਸ ਘਰ ਵਿੱਚ ਵਸਿਆ ਰਹਿ ਸਕਦਾ ਹੈ, ਕਿਉਂਕਿ ਤੂੰ ਵਰਤਣਾ ਤੇ ਬਾਹਰ ਸੰਸਾਰ ਨਾਲ ਹੈ। ਤੇਰੇ ਬਾਹਰ ਧੀਆਂ ਪੁੱਤਰ ਜਿਹੜੇ ਨੇ, ਅਸਲ ਵਿੱਚ ਇਹਨਾਂ ਨੂੰ ਮਾਇਆ ਨਹੀਂ ਕਿਹਾ। ਮਾਇਆ ਕਿਹਨੂੰ ਕਿਹਾ ਹੈਗਾ? ਮਾਇਆ ਮੇਰੀ ਅਕਲ ਨੂੰ ਕਿਹਾ। ਜਿਸ ਅਕਲ ਨਾਲ ਮੈਂ ਵਰਤਦਾ ਹਾਂ, ਜਿਸ ਗਿਆਨ ਨਾਲ, ਜਿਸ ਸਮਝ ਨਾਲ, ਗੁਰੂ ਪਾਤਸ਼ਾਹ ਨੇ ਬਹੁਤ ਕਲੀਅਰ ਕੀਤਾ, ਝੂਠੀ ਮਨ ਕੀ ਮਤ ਹੈ ਕਰਨੀ ਵਾਦ ਵਿਵਾਦ। ਬਾਕੀਆਂ ਚੀਜ਼ਾਂ ਨੂੰ ਝੂਠ ਨਹੀਂ ਕਿਹਾ, ਉਹ ਕਰਤੇ ਦੀ ਕਿਰਤ ਹੈ। ਕਰਤੇ ਨੇ ਕਿਉਂ ਬਣਾਏ ਨੇ? ਕਰਤਾ ਜਾਣੇ। ਪਰ ਮੈਨੂੰ ਕਰਤੇ ਨੇ ਆਪਣੀ ਕਿਰਤ ਵਰਤਨ ਨਹੀਂ ਲਈ ਦਿੱਤੀ ਸੀ, ਮੈਂ ਉਸਨੂੰ ਕਿਸ ਢੰਗ ਨਾਲ ਵਰਤਿਆ। ਮੈਨੂੰ ਸਰੀਰ ਵਰਤਣ ਲਈ ਦਿੱਤਾ, ਘੋੜੀ ਦਿੱਤੀ, ਪਰ ਮੈਂ ਵਰਤਿਆ ਕਿਸ ਢੰਗ ਨਾਲ, ਕਿਸ ਅਕਲ ਨਾਲ ਵਰਤਿਆ। ਉਹ ਅਕਲ ਮਾਇਆ ਹੈ। ਜੇ ਮੈਂ ਝੂਠੀ ਮਨ ਕੀ ਮਤ ਨਾਲ ਇਸ ਨੂੰ ਵਰਤਦਾ ਵਾਂ ਤੇ ਇਹ ਸਭ ਕੁਝ ਮਾਇਆ ਹੈ। ਪਰ ਜੇ ਮੈਂ ਸਤਿਗੁਰ ਤੋਂ ਮਤ ਲੈ ਕੇ, ਸਤਿਗੁਰ ਦੀ ਗੱਲ ਸੁਣ ਕੇ, ਗੁਰੂ ਦੀ ਮਤ ਨਾਲ ਵਰਤਣਾ ਵਾਂ ਤੇ ਸਭ ਕੁਝ ਫਿਰ ਸੱਚੇ ਕੀ ਹੈ? ਕੋਠੜੀ ਬਣ ਜਾਂਦਾ ਹੈ। ਸੋ ਜਦੋਂ ਮੈਂ ਉਸ ਘਰ ਵਿੱਚ ਰਹਿਣਾ ਹੈ ਤੇ ਮੈਂ ਇਹਨਾਂ ਨੂੰ, ਅਗਰ ਉਹ ਇੰਦਰੀਏ ਬਾਹਰ ਮੁਖੀ ਰਹਿ ਕੇ ਵਰਤਦੇ ਨੇ, ਫਿਰ ਨਹੀਂ ਮੈਂ ਰਹਿ ਸਕਦਾ ਇਸ ਘਰ ਵਿੱਚ। ਇੰਦਰੀਆਂ ਨੂੰ ਸਤਿਗੁਰ ਦੀ ਮਤ ਨਾਲ ਵਰਤਾਂਗਾ ਤੇ ਮੈਨੂੰ ਸਾਰਾ ਸੰਸਾਰ ਕਰਤੇ ਦੇ ਵੇਸ ਨਜ਼ਰ ਆਏਗਾ। ਸਾਰੇ ਨੇ, ਮੈਨੂੰ ਨਹੀਂ ਪਤਾ ਕੌਣ ਕਿਹੜੇ ਲਿਬਾਸ ਵਿੱਚ ਬੈਠਾ ਹੈ,
ਪਰ ਮੇਰਾ ਨਜ਼ਰੀਆ ਬਦਲਿਆ। ਜਿਵੇਂ ਪਹਿਲੇ ਮਨ ਨੂੰ ਨਿਰਮਲ ਕਰਦੇ ਨੇ, ਹੁਣ ਨਿਰਮਲ ਮਨ ਨੂੰ ਨਿਰਲੇਪ ਕਿਵੇਂ ਰਹਿਣਾ ਹੈ ਤੇ ਪੁੱਤਰ, ਪਰ ਇਹਨੂੰ ਪੁੱਤਰ ਨਹੀਂ, ਉਸ ਕਰਤੇ ਦੀ ਦਾਤ। ਮੈਂ ਜਿਸ ਸੋਚ ਨਾਲ ਬੱਚੇ ਦੇ ਨਾਲ ਬਿਹੇਵੀਅਰ ਕਰਾਂਗਾ, ਉਹੀਓ ਮੇਰਾ ਉਹਦਾ ਸੰਬੰਧ ਹੈ। ਜੇ ਮੈਂ ਇਹ ਲੱਭਾਂਗਾ ਇਹ ਕਰਤੇ ਦੀ ਦਾਤ ਹੈ ਤੇ ਦਾਤ ਹੈ। ਜੇ ਮੈਂ ਲੱਭਾਂਗਾ ਮੇਰਾ ਪੁੱਤਰ ਫਲਾਣਿਆਂ ਨਾਲ ਸੋਹਣਾ, ਢਿੰਗਾਣਿਆਂ ਨਾਲ, ਫਿਰ ਉਹ ਕਿਸ ਮਤ ਨੇ ਮੈਨੂੰ ਕਰਤੇ ਤੋਂ ਦੂਰ ਕੀਤਾ। ਸੋ ਗੁਰੂ ਪਾਤਸ਼ਾਹ ਇੱਥੇ ਹੀ ਮੈਨੂੰ ਅਗੇਨ ਹੋਰ ਮੇਰੀ ਦ੍ਰਿੜਤਾ ਬਣਾਉਣ ਲਈ, ਇਸ ਕੱਚੇ ਮਨ ਨੂੰ ਸਦਾ ਪੱਕਿਆਈ ਵੱਲ ਦ੍ਰਿੜ ਰੱਖਣ ਲਈ ਕੀ ਕਹਿ ਰਹੇ ਨੇ, ਜਿਵੇਂ ਸੂਰਜ ਇੱਕ ਹੈ, ਅਨੇਕਾਂ ਰੁੱਤਾਂ ਨੇ। ਤੇ ਹੁਣ ਮੈਨੂੰ ਪੂਰਾ ਮੇਰੀ ਹਿਰਦੇ ਰੂਪੀ ਧਰਤੀ ਦਾ ਗਿਆਨ ਦੇ ਰਹੇ ਨੇ ਕਿ ਜਦੋਂ ਬਾਹਰੋਂ ਮੈਂ ਆਪਣਾ ਲੱਭਿਆ, ਮੈਂ ਅਗਿਆਨੀ ਕਦੋਂ ਹੁੰਦਾ ਸੀ। ਮੈਨੂੰ ਚੇਤੇ ਆਇਆ, ਮੈਂ ਆਪਣੇ ਬੱਚੇ ਨੂੰ ਕਹਿੰਦੀ ਸੀ, ਮੈਨੂੰ ਗੁੱਸਾ ਚੜਦਾ ਨਹੀਂ ਹੈ, ਤੂੰ ਚੜਾ ਦੇਣਾ ਹੈ। ਤੇ ਉਹ ਆਪਣੀ ਹੀ ਗੱਲ ਨਾਲ ਆਪਣੇ ਆਪ ਨੂੰ ਦੇਖਿਆ, ਇਹਨੇ ਕਿਵੇਂ ਚੜਾਇਆ, ਅੰਦਰ ਹੈਗਾ ਸੀ, ਇਹਨੇ ਤੇ ਬਸ ਲੁੱਤੀ ਲਾਈ ਸੀ ਤੇ ਤੇਰੇ ਅੰਦਰ ਭਾਂਬੜ ਬਲ ਗਿਆ। ਸੋ ਆਪਣੇ ਹੀ ਕਰਤੂਤਾਂ ਨੂੰ ਜਦੋਂ ਦੇਖਦਾ ਹੈ, ਹੁਣ ਸਮਝ ਆਇਆ ਦਿਨ ਕਿਵੇਂ ਚੜਿਆ ਰਵੇ। ਹੁਣ ਜਦੋਂ ਅਸੀਂ ਸੋਦਰ ਦੀ ਬਾਣੀ ਦਾ ਸ਼ਬਦ ਪੜ੍ਹਦੇ ਆ ਨਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਉਸ ਵਿੱਚ ਬੜਾ ਸੋਹਣਾ ਗੁਰੂ ਪਾਤਸ਼ਾਹ ਨੇ ਦੱਸਿਆ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਦਿਨ ਕਿਵੇਂ ਚੜਿਆ ਸੀ ਤੇਰੇ ਅੰਦਰ, ਜਿਵੇਂ ਬਾਹਰ ਦਿਨ ਚੜਦਾ ਤੇ ਰਾਤ ਆਂਦੀ ਹੀ ਹੈ। ਹੁਣ ਇੱਕ ਰਾਤ ਨੇਰੀ ਰਾਤ ਕਿਹਾ, ਪਰ ਉਹ ਨੇਰੀ ਰਾਤ ਕਿਹੜੀ ਹੁੰਦੀ ਹੈ, ਅਗਿਆਨਤਾ ਦੀ। ਅਗਿਆਨਤਾ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਰਹੇ, ਗੁਰੂ ਨਾਨਕ ਪਾਤਸ਼ਾਹ ਮੇਰੇ ਅੰਦਰ ਚੈਨ ਦੀ ਰਾਤ ਦੇ ਰਹੇ ਨੇ। ਜਦੋਂ ਹਿਰਦੇ ਰੂਪੀ ਧਰਤੀ ਤੇ ਦਿਨ ਚੜਦਾ ਹੈ ਤੇ ਹੋਮੇ ਦੀਆਂ ਰੁਕਾਵਟਾਂ ਹਟ ਜਾਂਦੀਆਂ ਨੇ ਤੇ ਹਿਰਦੇ ਰੂਪੀ ਧਰਤੀ ਤੇ ਚੈਨ ਆ ਹੀ ਜਾਂਦਾ ਹੈ। ਸੋ ਜਦੋਂ ਮੈਨੂੰ ਬਾਹਰ ਕਿਸੇ ਨਾਲ ਵਰਤਣਾ ਹੈ ਤੇ ਮੈਂ ਹਮੇਸ਼ਾ ਕਿਹੜੇ ਦਿਨ ਨਾਲ ਵਰਤਾਂਗਾ। ਜੇ ਬਾਹਰ ਅੰਦਰ ਦਿਨ ਚੜਿਆ ਹੈ, ਨਜ਼ਰੀਆ ਹੋਰ ਹੈ, ਫਿਰ ਚੈਨ ਦੀ ਰਾਤ ਅੰਦਰ ਪ੍ਰਾਪਤ ਹੁੰਦੀ ਹੈ, ਮਨ ਟਿਕਿਆ ਰਹੇਗਾ। ਕਿਵੇਂ ਹਮੇਸ਼ਾ ਟਿਕਿਆ ਰਵੇ। ਸੂਰਜ ਇੱਕੋ, ਰੁੱਤ ਅਨੇਕ। ਸੂਰਜ ਨਾਲ ਵੀ ਰੁੱਤਾਂ ਬਣਦੀਆਂ ਤੇ ਰੁੱਤਾਂ ਦੀਆਂ ਵੀ ਬਾਣੀਆਂ ਗੁਰਬਾਣੀ ਨੇ ਸਾਨੂੰ ਦੋ ਦਿੱਤੀ ਹੈ, ਤੁਖਾਰੀ ਰਾਗ ਵਿੱਚ ਵੀ ਦਿੱਤੀ ਹੈ, ਮਾਝ ਰਾਗ ਵਿੱਚ ਵੀ ਦਿੱਤੀ ਹੈ। ਹੁਣ ਦੋਨੋਂ ਪਾਸੇ ਗੁਰੂ ਪਾਤਸ਼ਾਹ ਸਾਨੂੰ ਰੁੱਤਾਂ ਦੀ ਗਿਆਨ ਦਿੰਦੇ ਹੋਏ ਇਹ ਦੱਸ ਰਹੇ ਨੇ, ਤੇਰੇ ਅੰਦਰ ਅਸਾੜ ਕਦੋਂ ਚੜਦਾ ਹੈ, ਕਦੋਂ ਤੂੰ ਜੇਠ ਤੋਂ ਹਟਣਾ ਹੈ, ਕਿਵੇਂ ਵਿਸਾਖ ਧੀਰਨ ਕਿਉਂ ਵਾਢੀਆਂ ਤੇਰਾ ਬਣ ਜਾਂਦਾ ਹੈ, ਚਾਨਣ ਪਾਇਆ। ਹੁਣ ਮੇਰੇ ਅੰਦਰ ਭਲਾ ਵਿਸਾਖ ਕਰ ਦਿੱਤਾ। ਅੰਦਰ ਦੀ ਰੁੱਤਾਂ ਬਦਲਦੇ ਜਾਂਦੇ ਨੇ ਜਦੋਂ ਮੇਰਾ ਬਾਹਰ ਵਰਤਣ ਦਾ ਢੰਗ ਬਦਲੇਗਾ, ਵਰਨਾ ਮੈਂ ਟੁੱਟਿਆ ਰਹਿਣਾ ਵਾਂ। ਮੈਂ ਸਾਰਿਆਂ ਨੂੰ ਅਲੱਗ-ਅਲੱਗ ਗਿਆਨ ਵਾਲਾ ਮੰਨਦਾ ਵਾਂ, ਮੈਂ ਕਿਸੇ ਦਾ ਅੰਤਰਜਾਮੀ ਨਹੀਂ ਬਣਨਾ। ਮੇਰੇ ਅੱਖਾਂ, ਮੇਰੇ ਚਿਹਰੇ ਤੇ ਦੋ ਅੱਖਾਂ ਨੇ, ਜਾਂ ਆਪਣੀ ਕਮੀ ਦੇਖ ਲਓ ਜਾਂ ਦੂਜੇ ਦੀ ਕਮੀ ਦੇਖ ਲਓ। ਜਦ ਤੱਕ ਦੂਜੇ ਦੀ ਕਮੀ ਦੇਖਦੀ ਸੀ, ਆਪਣੀ ਨਜ਼ਰ ਨਹੀਂ ਆਏਗੀ, ਪਰ ਜਦੋਂ ਆਪਣੀ ਦੇਖਣ ਲੱਗਾ, ਆਪਣੇ ਆਪ ਨੂੰ ਹੀ ਸਵਾਰਦਾ ਜਾਏਗਾ। ਫਿਰ ਕੀ ਕਹੇਗਾ, ਏਕ ਨਿਮਕ ਜੇ ਬਿਸਰੇ ਸੁਆਮੀ, ਜਾਨੂ ਕੋਟ ਦਿਵਸ ਲੱਖ ਭਰੀਆ। ਗੁਰਬਾਣੀ ਕਹਿੰਦੀ ਏ ਤੈਨੂੰ ਨਿਮਕ ਹਸਤੇ ਵੀ ਨਾ ਵਿਸਰੇ। ਜਦੋਂ ਨਿਮਕ ਹਸਤੇ ਨਹੀਂ ਵਿਸਰੇਗਾ, ਫਿਰ ਇਹ ਜਿਹੜੇ ਵਸੀਆਂ ਚਸੀਆਂ ਘੜੀਆਂ ਪੈਰਾਂ ਵਿੱਚ ਮੈਂ ਟੁੱਟਦਾ ਸੀ ਨਾ, ਸਾਰਿਆਂ ਨੂੰ ਵੱਖਰਾ ਵੱਖਰਾ ਸਮਝਦਾ ਸੀ, ਹੁਣ ਸਮਝ ਆ ਗਿਆ ਗਿਆਨ ਦਾ ਸੂਰਜ ਜਦੋਂ ਅੰਦਰ ਇੱਕੋ ਹੈ, ਫਿਰ ਬਸੰਤ ਰੁੱਤ ਵੀ ਆਏਗੀ, ਇਸ ਵਿਸਾਖ ਭਲਾ ਵੀ ਹੋਏਗਾ। ਫਿਰ ਸਭੇ ਰੁੱਤੀ ਚੰਗੀਆਂ ਅੰਦਰ ਜਦੋਂ ਬਣਦੀਆਂ ਗਈਆਂ, ਫਿਰ ਬਾਹਰ ਵੀ। ਪਹਿਲੇ ਕਿਹਾ ਸੀ ਵੇਸ ਅਨੇਕ, ਹੁਣ ਕਹਿ ਰਹੇ ਨੇ ਕਰਤੇ ਕੇ ਕੀਤੇ ਵੇਸ। ਉਹ ਅਨੇਕ ਵੇਸ ਤੈਨੂੰ ਕਰਤੇ ਕੇ ਵੇਸ ਸਮਝ ਆ ਗਏ। ਆਸ਼ਾ ਕੀਏ, ਗੋਲ ਕੀਏ, ਹਮੇਸ਼ਾ ਮਨ ਟਿਕਿਆ ਰਹੇ ਤੇ ਤੇਰੀਆਂ ਵਡਿਆਈਆਂ ਕਰਦਾ ਰਹੇ। ਸਦਾ ਇਸ ਘਰ ਵਿੱਚ ਕਿਵੇਂ ਵਸਦੇ ਰਹਿਣਾ ਹੈ। ਸੁਖੀ ਬਸੈ ਮਸਕੀਨੀਆਂ, ਤੂੰ ਮਸਕੀਨੀਆਂ ਕਿਵੇਂ ਰਹਿਣਾ ਹੈ। ਬੜੀ ਸੁੰਦਰਤਾ ਹੈ। ਉੱਪਰ ਸੁਖੀ ਬਸੇ ਮਸਕੀਨੀਆਂ ਕਰਦੇ ਨੇ
ਤੇ ਸਟਾਰਟਿੰਗ ਕੀ ਕਰਦੇ ਨੇ, ਅਭਿਮਾਨ ਹਟਾਉਂਦਾ ਜਾ, ਕਰਤਾ ਹਟਾਉਂਦਾ ਜਾ, ਨੁਕਸਾਨ ਦਿਖਾਉਂਦੇ ਜਾਂਦੇ ਨੇ, ਫਿਰ ਐਂਡ ਵਿੱਚ ਕੀ ਕਰ ਦਿੰਦੇ ਨੇ, ਨਿਰਮਲ ਹੁੰਦਾ 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 ਪੁਨੀਤ ਹੋਏਗਾ। ਹੌਲੀ ਹੌਲੀ ਔਗੁਣ ਕੱਟਦੇ ਜਾਣ ਕੇ ਜਿਹੜਾ ਵੀ ਗਿਆਨ ਜਿਹਦੇ ਕੋਲ ਜਿਹੜੀ ਵੀ ਸਟੇਟ ਆਫ ਮਾइंड ਹੋਏਗੀ, ਜਿਤਨਾ ਔਗੁਣ ਹਟਾਏਗਾ ਚੈਨ ਜ਼ਰੂਰ ਮਿਲੇਗਾ। ਪਰ ਉਸ ਚੈਨ ਨੂੰ ਹੀ ਇੱਕ ਵਾਰੀ ਜਦੋਂ ਮਾਣੇਗਾ ਫਿਰ ਨਿਤ ਨਿਤ ਚੈਨ ਵਧਾਏਗਾ ਆਪਣਾ। ਸੋ ਬਾਹਰ ਜਿਹੜੀਆਂ ਰੁੱਤਾਂ ਕਹਿੰਦੇ ਪਏ ਨੇ, ਉਹ ਕਰਤਾ ਜਾਣੇ ਕਿਹੜੀਆਂ ਰੁੱਤਾਂ ਨੇ ਬਾਹਰ। ਮੈਨੂੰ ਮੇਰੇ ਅੰਦਰ ਦੀ ਰੁੱਤ ਨਾਲ ਉਸ ਬਸੰਤ ਰੁੱਤ ਰਾਤ ਜੋੜਦੇ ਚਲੇ ਜਾ ਰਹੇ ਨੇ। ਨਾਨਕ ਤਿਨਾ ਬਸੰਤ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾਪੁਰੀ ਸੇ ਅਹਨਸ ਫਿਲੇ ਜਲੰਤ। ਸੋ ਗੁਰੂ ਪਾਸ਼ਾ ਮੇਰੀ ਹਿਰਦੇ ਰੂਪੀ ਧਰਤੀ ਤੇ ਸਦਾ ਰੁੱਤਾਂ ਰੱਖਣ ਲਈ ਮੈਨੂੰ ਕਹਿੰਦੇ ਨੇ, ਬਾਹਰ ਅਨੇਕਾਂ ਕਰਤੇ ਦੇ ਫੁੱਲ ਨੇ, ਇਹ ਅਨੇਕਾਂ ਕਰਤੇ ਦੀਆਂ ਦਾਤਾਂ ਨੇ, ਆਪਣਾ ਨਜ਼ਰੀਆ ਇਹ ਬਣਾ ਸਾਰਿਆਂ ਦੇ ਅੰਦਰ ਗੁਣ ਵੇਖਣ ਦੀ ਜਾਚ ਦੇ ਦੇ। ਸੋ ਇਹੀ ਬੇਨਤੀ ਕਰਦੇ ਜਾ ਰਹੇ ਨੇ ਕਿ ਮੈਨੂੰ ਸਾਰਿਆਂ ਦੇ ਅੰਦਰ ਸੱਚਾ ਕਰਤਾ ਕਰਤੇ ਦੇ ਗੁਣ ਨਜ਼ਰ ਆ ਜਾਣ। ਐਸੀ ਮਤ ਦੀਜੇ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਆਂਟੀ ਜੀ। ਹਾਂਜੀ ਇੰਦਰਪਾਲ ਵੀਰ ਜੀ। ਹਾਂਜੀ ਵੀਰ ਜੀ, ਵਾਹਿ ਖਾਲਸਾ ਫਤਿਹ ਜੀ। ਨਹੀਂ ਭਾਜੀ ਬਹੁਤ ਵਧੀਆ, ਮੈਨੂੰ ਮਤਲਬ ਕਿ ਕਾਫੀ ਕਲੀਅਰ ਹੋ ਗਿਆ ਹੈ। ਵਾਲਾ ਲਾਸਟ ਵਾਲਾ ਜਿਹੜਾ ਸੀਗਾ ਭੈਣ ਜੀ ਨੇ ਬਹੁਤ ਵਧੀਆ ਕਲੀਅਰ ਕੀਤਾ ਹੈਗਾ। ਤੇ ਹਾਂ, ਜਿਹੜਾ ਜਿੱਦਾਂ ਅਸੀਂ 12 ਮਾਹ ਵੀ ਪੜ੍ਹਦੇ ਹਾਂ, ਉਹਦੇ ਵਿੱਚ ਵੀ ਬੇਸਿਕਲੀ ਇਹਨੂੰ ਥੋੜਾ ਹੋਰ ਡਿਟੇਲ ਦੇ ਵਿੱਚ ਦੱਸਿਆ ਗਿਆ ਜਿਹੜੀਆਂ ਰੁੱਤਾਂ ਦੇ ਬਾਰੇ ਹੈ। ਤੇ ਉਹਦੇ ਵਿੱਚ ਵੀ ਇਹੀ ਗਿਆ ਕਿ ਤੁਹਾਡੇ ਮਨ ਦੀ ਅਵਸਥਾ ਦੇ ਹਿਸਾਬ ਨਾਲ, ਇਹ ਬਾਹਰ ਦੀ ਰੁੱਤਾਂ ਦੀ ਗੱਲ ਨਹੀਂ ਕਰ ਰਹੇ, ਉਹ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਨੇ। ਤੇ ਹੁਣ ਕਾਫੀ ਉਹਨਾਂ ਨੇ ਜਿਹੜਾ ਹੈ ਨਾ ਰਿਲੇਟ ਕਰਕੇ ਤੇ ਕਲੀਅਰ ਕਰ ਦਿੱਤਾ ਹੈਗਾ। ਠੀਕ ਹੈ ਜੀ, ਥੈਂਕ ਯੂ ਵੀਰ ਜੀ। ਹਾਂਜੀ ਚਰਨਵੀਰ ਜੀ। ਹਾਂਜੀ ਬਸ ਆਈ ਥਿੰਕ ਭੈਣ ਜੀ ਨੇ, ਆਈ ਐਗਰੀ ਵਿਦ ਇੰਦਰਪਾਲ ਵੀਰ ਜੀ, ਭੈਣ ਜੀ ਨੇ ਕਾਫੀ ਅੱਛਾ ਉਹਨੂੰ ਸਮ ਅਪ ਕਰਤਾ। ਇਹ ਸਾਰੀ ਜਿਹੜੀ ਪਹਿਲੀ ਦੂਸਰੀ ਪੌੜੀ ਹੈ, ਮੈਨੂੰ ਇਉਂ ਜਾਪਦਾ ਕਿ ਮਹਾਰਾਜ ਸਾਨੂੰ ਜਿਹੜਾ ਸਾਡਾ ਖਿੰਡਵਾਂ ਧਿਆਨ ਹੈ, ਜਿਹੜਾ ਗੁਰ, ਮੈਂ ਅਕਸਰ ਗੁਰ ਤੋਂ ਭਾਵ ਲੈਣਾ, ਜਿਹੜਾ ਸਾਡਾ ਬਾਹਰ ਮੁਖੀ ਧਿਆਨ ਹੈ, ਔਰ ਉਹ ਸਾਡੇ 5 ਜਿਹੜੇ ਸਾਡੇ ਇੰਦਰੇ ਨੇ ਉਹਨਾਂ ਦੇ ਨਾਲ ਦੇਖਣਾ, ਸੁਣਨਾ, ਬੋਲਣਾ, ਉਹਨਾਂ ਦੇ ਨਾਲ ਕੰਟਰੋਲਿੰਗ ਹੈ। ਲੇਕਿਨ ਅਗਰ ਮੈਂ ਚਾਹਾਂ ਕਿ ਮੈਂ ਆਪਣੀਆਂ ਅੱਖਾਂ ਨਾਲ ਅਕਾਲ ਪੁਰਖ ਦੇ ਦਰਸ਼ਨ ਕਰ ਲਾਂ, ਨਹੀਂ ਪੋਸੀਬਲ। ਉਹ ਨਿਰਾਕਾਰ ਦਾ ਜਿਹੜਾ ਲਿੰਕ ਹੈ ਉਹ ਇਸ ਧਿਆਨ ਦੇ ਥਰੂ ਹੈ, ਉਸ ਸੁਰਤ ਦੇ ਥਰੂ ਹੈ, ਸ਼ਬਦ ਦੇ ਨਾਲ ਮੇਲ ਸਾਡਾ, ਅੱਖ ਦਾ ਮੇਲ ਸਾਡਾ ਗੁਰਬਾਣੀ ਨੂੰ ਪ੍ਰਤੱਖ ਰੂਪ ਦਰਸ਼ਨ ਹੈਗੇ ਆ। ਲੇਕਿਨ ਜਿਹੜੇ ਗੁਰੂ ਨੂੰ ਪਕੜਨਾ ਹੈ, ਅਦ੍ਰਿਸ਼ਟ ਗੋਚਰ ਨੂੰ ਪਕੜਨਾ ਹੈ, ਉਹ ਗੁਰਸ਼ਬਦੀ ਪਕੜਿਆ ਜਾਣਾ। ਔਰ ਉਹ ਗੁਰਸ਼ਬਦੀ ਜਿਹੜਾ ਹੈਗਾ ਉਹ ਅੰਤਰਾਤਮੇ ਮਿਲਿਆ ਹੋਇਆ ਹੈ। ਔਰ ਉਹ ਅੰਤਰਾਤਮੇ ਜਿਹੜਾ ਮਿਲਿਆ ਹੋਇਆ ਹੈ, ਉਹ ਧਰਤੀ ਆਪਣੇ ਧੁਰੇ ਦੇ ਆਲੇ ਦੁਆਲੇ ਜਿਵੇਂ ਘੁੰਮ ਰਹੀ ਹੈ, ਉਹ ਲਗਾਤਾਰ ਨਿਰੰਤਰਤਾ ਦੇ ਵਿੱਚ ਹੈ। ਉਹਦੇ ਨਾਲ ਕਨੈਕਟ ਹੋਣ ਲਈ ਸਾਨੂੰ ਬਾਹਰ ਮੁਖੀ ਸਾਰੇ ਗਿਆਨ ਇੰਦਰੀਆਂ ਨੂੰ ਇਕੱਠਾ ਕਰਕੇ ਧਿਆਨ ਦੇ ਸਪੁਰਦ ਕਰਨਾ ਪੈਣਾ, ਔਰ ਧਿਆਨ ਨੇ ਸਾਨੂੰ ਅੱਗੇ ਜੋੜ ਦੇਣਾ। ਔਰ ਉਹ ਜੋੜਨ ਨਾਲ ਅਸੀਂ ਆਪਣੇ ਬਲਬੂਤੇ ਨਾਲ ਨਹੀਂ ਜੁੜ ਸਕਦੇ, ਉਹਦੀ ਕਿਰਪਾ ਦ੍ਰਿਸ਼ਟ ਹੋਣੀ ਹੈ, ਤਾਂ ਸਾਡੇ ਨਾਲ ਅੰਦਰ ਮੇਲ ਹੋ ਸਕਣਾ, ਤਾਂ ਸਾਨੂੰ ਸਾਰੀ ਚੀਜ਼ ਦੀ ਸਮਝ ਆਉਣੀ ਹੈ ਜੀ ਕਿ ਇੱਕ ਜਿਹੜਾ ਹੈ ਉਹ ਅਨੇਕ ਕਿਵੇਂ ਬਣਦਾ, ਤੇ ਜਿਹੜਾ ਅਨੇਕ ਹੈ ਉਹ ਫਿਰ ਇਕੱਠਾ ਹੋ ਕੇ ਸਿੰਗੜ ਕੇ ਇੱਕ ਦੇ ਨਾਲ ਕਿਵੇਂ ਜੁੜ ਜਾਂਦਾ। ਇੱਕ ਔਰ ਅਨੇਕ ਦੀ ਜਿਹੜੀ ਆ ਟਰਾਂਸਫਾਰਮੇਸ਼ਨ ਹੁੰਦੀ ਹੈ, ਏਕ ਹੈ ਅਨੇਕ ਹੈ, ਫਿਰ ਜਿਹੜਾ ਦੁਬਾਰਾ ਇੱਕ, ਉਹ ਸਾਰਾ ਸਰਕਲ ਸਮਝਣ ਲਈ ਸਾਨੂੰ ਪਹਿਲੇ ਆਪਣੇ ਗਿਆਨ ਇੰਦਰੇ ਦੇ ਰਾਹੀਂ ਸਾਰੇ ਗਿਆਨ ਇੰਦਰੀਆਂ ਨੂੰ ਇਕੱਠਾ ਕਰਕੇ, ਧਿਆਨ ਇਕੱਠਾ ਕਰਕੇ, ਅੰਤਰਮੁਖੀ ਹੋ ਕੇ ਅੰਦਰ ਹਿਰਦੇ ਵਿੱਚ ਜਿੱਥੇ ਵਾਸ ਹੋ ਰਿਹਾ ਹੈ ਅਕਾਲ ਰੂਪੀ ਜੋਤ ਦਾ, ਉਹਦੇ ਨਾਲ ਮਿਲਣਾ ਹੈ। ਔਰ ਉਹ ਬਖਸ਼ਿਸ਼ ਨਾਲ ਹੀ ਮਿਲ ਹੋਣਾ, ਗੁਰੂ ਕਿਰਪਾ ਨਾਲ ਹੀ ਮਿਲ ਹੋਣਾ। ਉਸ ਦੇ ਕਰਕੇ ਹੀ ਅਲੱਗ-ਅਲੱਗ ਰੁੱਤਾਂ ਹੈ, ਉਸ ਦੇ ਕਰਕੇ ਹੀ ਅਲੱਗ-ਅਲੱਗ ਬਾਹਰ ਮੁਖੀ ਆ ਕੇ ਧਿਆਨ ਜਦੋਂ ਖਿੰਡ ਜਾਂਦਾ, ਉਹਦੇ ਵਿੱਚ ਸਾਨੂੰ ਅਲੱਗ-ਅਲੱਗ ਦਿਖਦਾ। ਅਦਰਵਾਈਜ਼ ਉਹ ਸਾਰਾ ਕੁਝ ਇੱਕ ਹੀ ਆ। ਬਸ ਆਹੀ ਕਹਾਂਗਾ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਠੀਕ ਹੈ, ਥੈਂਕ ਯੂ ਵੀਰ ਜੀ। ਤੇ ਆਈ ਥਿੰਕ ਕਿ ਟਾਈਮ ਆਪਣਾ ਹੋ ਗਿਆ ਹੁਣ ਆਲਮੋਸਟ ਘੰਟਾ, ਤੇ
ਅੱਗੇ ਕੰਟੀਨਿਊ ਕਰਨਾ ਆਪਾਂ ਤੀਜੇ ਸ਼ਬਦ ਤੇ, ਜਾਂ ਆਪਾਂ ਹੁਣ ਇੱਥੇ ਸਮਾਪਤੀ ਕਰਕੇ ਫਿਰ ਅਗਲੇ ਹਫਤੇ ਕੰਟੀਨਿਊ ਕਰੀਏ? ਹਾਂ, ਆਈ ਥਿੰਕ ਮੈਂ ਸਮਾਪਤੀ ਅਗਰ ਕरूँ ਤੇ ਬਹੁਤ ਵਧੀਆ। ਠੀਕ ਹੈ ਜੀ, ਥੈਂਕ ਯੂ। ਹਾਂਜੀ ਹਾਂਜੀ, ਗੁਰਜੀਤ ਵੀਰ ਜੀ ਕੁਝ ਫਾਈਨਲ ਐਡ ਕਰੋਗੇ, ਨਹੀਂ ਫਿਰ ਸਮਾਪਤੀ ਕਰਾਂਗੇ? ਹਾਂਜੀ ਨਹੀਂ, ਸਭ ਦਾ ਬਹੁਤ ਧੰਨਵਾਦ ਆ। ਚਰਨਵੀਰ ਜੀ ਬੜੇ ਦਿਨਾਂ ਬਾਅਦ ਆਏ ਨੇ ਤੇ ਵੈਰੀ ਨਾਈਸ। ਜੋ ਇਸੇ ਗੱਲ ਚੋਂ ਮੈਂ ਸੁਣੀ ਸਾਰੀ, ਹੋਰ ਵੀ ਪਤਾ ਲੱਗ ਰਿਹਾ ਹੈ, ਜਿਵੇਂ ਮਤਲਬ ਵਿਚਾਰ ਚੱਲਦੀ ਹੈ ਉਵੇਂ ਤੁਹਾਡੇ ਅੰਦਰ ਵੀ ਚੱਲਦੀ ਹੈ ਕਿ ਵਿਸ਼ਵ ਵਿੱਚ 80 ਘੜੀਆਂ ਪਹਿਰਾਂ ਜਦੋਂ ਅਵਸਥਾ ਹੈ ਨਾ, ਧਰਤੀ ਦੇ ਅੱਧੇ ਪਾਸੇ ਦਾ ਚਾਨਣਾ ਹੁੰਦਾ, ਅੱਧੇ ਪਾਸੇ ਚਾਨਣਾ ਨਹੀਂ ਹੁੰਦਾ। ਇੱਕ ਇਹ ਐਸਪੈਕਟ ਵੀ ਅਸੀਂ ਦੇਖ ਸਕਦੇ ਹਾਂ ਕਿ ਮਾਇਆ ਦੇ ਵਿੱਚ ਸਾਰਾ ਚਾਨਣ ਨਹੀਂ ਹੈ, ਸਾਡੇ ਵਿੱਚ ਚਾਨਣ ਵੀ ਹੈ, ਨਾਲ ਹਨੇਰਾ ਵੀ ਚੱਲਦਾ। ਤੇ ਉਹ ਜਿੰਨਾ ਕੁ ਤੁਸੀਂ ਮਤਲਬ ਹੁਣ ਤੁਹਾਡੇ ਟਾਈਮ, ਤੁਹਾਡੇ ਨਾਈਟ ਹੋਣ ਵਾਲੀ ਹੈ, ਸਾਡੇ ਅਜੇ ਅਸੀਂ ਪੂਰਾ ਦਿਨ ਭੋਗਣਾ। ਸੋ ਇਹ ਮਾਇਆ ਦੀ ਹਸਤੀ ਇਸ ਤਰ੍ਹਾਂ ਦੀ ਹੋਈ ਹੈ। ਇਸ ਤਰ੍ਹਾਂ ਜਿਹੜੀ ਰੁੱਤ ਵਾਲੀ ਗੱਲ ਹੈ, ਸਾਡੇ ਪਿਛਲੇ ਵੀਕ ਕਿਸੇ ਨੇ ਕੁਐਸਚਨ ਪੁੱਛਿਆ ਕਿ ਇੱਥੇ ਸਾਇੰਸ ਦਾ ਪ੍ਰੋਗਰਾਮ ਆਉਂਦਾ ਕਿ ਜੇ ਚੰਦ ਨਾ ਹੋਵੇ ਤਾਂ ਧਰਤੀ ਤੇ ਕੀ ਇਫੈਕਟ ਪਏਗਾ। ਤਾਂ ਉਹ ਛੇਤੀ ਉਹਨੇ ਦੋ ਹੀ ਆਨਸਰ ਦਿੱਤੇ, ਕਹਿੰਦਾ ਇੱਕ ਤਾਂ ਤੁਹਾਡੇ ਟਾਈਡਸ ਖਤਮ ਹੋ ਜਾਣਗੇ, 1/3 ਰਹਿ ਜਾਣਗੇ। ਦੂਸਰਾ ਜਿਹੜਾ 23.5 ਡਿਗਰੀ ਦੀ ਧਰਤੀ ਟਿਲਟ ਹੈ, ਇਹਦਾ ਟਿਲਟ ਚੇਂਜ ਹੋ ਜਾਏਗਾ ਤੇ ਰੁੱਤਾਂ ਵੀ ਬਦਲ ਜਾਣਗੀਆਂ ਬੇਸਿਕਲੀ। ਸੋ ਇਹ ਸਾਰੀਆਂ ਚੀਜ਼ਾਂ ਜੋ ਹੈ ਮਾਇਆ ਵਿੱਚ ਵੀ ਰਿਲੇਟਡ ਹੁਕਮ 'ਚ ਚੱਲਦੀਆਂ। ਸੋ ਜੋ ਦੂਸਰਾ ਇੱਕ ਅਲਟੀਮੇਟ ਸ਼ਬਦ ਜਦੋਂ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸਿੱਧਾਂ ਨੂੰ, ਉਹ ਇਹ ਵੀ ਦੇ ਰਿਲੇਟਡ ਹੈ ਕਿ ਇਹਦੇ ਅੰਦਰੋਂ ਉਹ ਸਮਾਂ ਵੀ ਕਦੇ ਆਏਗਾ ਕਿ ਜਦੋਂ ਇਹਦੇ ਅੰਦਰ ਪੂਰਾ ਚਾਨਣਾ ਹੋ ਜਾਏਗਾ। ਉਹਦਾ ਵੀ ਉਹ ਥੋੜਾ ਦੇ ਰਹੇ। ਉਹ ਕਹਿੰਦੇ ਸ਼ਬਦ ਭਾਖਤ ਸਸੀ ਜੋਤ ਅਪਾਰਾ। ਇਹ ਜਿਹੜਾ ਜੀਵ ਹੈ, ਇਹਦੇ ਜਿਹੜੇ ਮਨ ਦੇ ਵਿੱਚ ਜਦੋਂ ਇਹ ਸਮਝ ਕੇ ਸਮਝਾਏਗਾ ਕਿਸੇ ਨੂੰ ਸ਼ਬਦ, ਤਾਂ ਜੋਤ ਦਾ ਇਹਦੇ ਅੰਦਰ ਗਿਆਨ ਵੱਧਦਾ ਉਸ ਸਮੇਂ। ਸੋ ਕਰਦੇ ਉਹ ਇਹ ਕਰਦੇ ਪਹਿਲਾਂ ਗਿਆਨ ਖੰਡ, ਧਰਮ ਖੰਡ, ਫਿਰ ਅੱਗੇ ਗਿਆਨ ਖੰਡ ਹੋ ਗਿਆ। ਇਹ ਅਵਸਥਾ ਕਰਦੇ ਕਰਦੇ ਜਦੋਂ ਇਹ ਅਖੀਰੀ ਅਵਸਥਾ ਤੇ ਪਹੁੰਚੇਗਾ, ਸਸੀ ਘਰ ਸੂਰ ਵਸੈ। ਜਿਵੇਂ ਚਰਨਵੀਰ ਜੀ ਕਹਿੰਦੇ ਸੀ ਨਾ ਕਿ ਇਹ ਧਰਤੀ ਨਾਲ ਰਿਲੇਟਡ ਹੈ। ਇੱਕ ਇਸ ਤਰ੍ਹਾਂ ਦੀ ਅਵਸਥਾ ਆ ਜਾਏਗੀ, ਹੈ ਤਾਂ ਗੱਲ ਸਮਝਾਉਣ ਦੀ, ਕਿ ਸਸੀ ਘਰ ਸੂਰ ਵਸੈ, ਵੀ ਕਿਸ ਤਰ੍ਹਾਂ ਸੂਰਜ ਚੰਦ ਦੇ ਘਰ 'ਚ ਆ ਜਾਏਗਾ। ਪਰ ਇਹ ਗੱਲ ਸਭ ਤੋਂ ਜ਼ਿਆਦਾ ਇਸਲਾਮ ਨੂੰ ਬੋਦਰ ਕਰਦੀ ਹੈ। ਜਦੋਂ ਮੈਂ ਉਹਨਾਂ ਦੀਆਂ ਕਿਆਮਤ ਦੇ ਬਾਰੇ ਪੜ੍ਹਦਾ ਹਾਂ, ਉਹ ਨਿਰਾਕਾਰੀ ਗੱਲ ਹੈ। ਉਹ ਸੋਚਦੇ ਆ ਇਹ ਦਿਨ ਕਿਆਮਤ ਆਏਗੀ, ਪਰਲੈ ਆ ਜਾਏਗੀ। ਪਰ ਗੁਰਮੁਖ ਦੇ ਅੰਦਰ ਇਹ ਤਾਂ ਅਵਸਥਾ ਘਟਣੀ ਹੋਈ ਹੈ ਕਿ ਜਿਹੜਾ ਚੰਦ ਹੈਗਾ ਅੰਦਰ, ਉਹਦੀ ਜਗ੍ਹਾ ਪੂਰਾ ਚਾਨਣਾ 24 ਘੰਟੇ ਸੂਰਜ ਨੇ ਦੇਣਾ। ਕਿਉਂਕਿ ਸੂਰਜ ਦਾ ਤਾਂ ਚਾਰੇ ਪਾਸੇ ਹੀ ਚਾਨਣਾ ਹੈ ਨਾ। ਚੰਦ ਦਾ ਇੱਕੇ ਫੇਸ ਸਾਨੂੰ ਦਿਖਦਾ। ਜਿੱਥੇ ਅਮਰੀਕਨਸ ਕਹਿੰਦੇ ਅਸੀਂ ਲੈਂਡ ਕੀਤਾ, ਉਹ ਸਾਨੂੰ ਦੂਸਰਾ ਪਾਸਾ ਨਹੀਂ ਦਿਖਦਾ। ਜਿੱਥੇ ਲਾਈਟ ਪੈ ਰਹੀ ਹੈ, ਇਹਦਾ ਟੈਂਪਰੇਚਰ ਬਹੁਤ ਹਾਈ ਹੈ, ਪਰਲੇ ਪਾਸੇ ਠੰਡ ਹੈ। ਉਹ ਜਿਵੇਂ ਸਾਨੂੰ ਦੱਸਿਆ, ਇਹ ਤਾਂ ਹੁਣ ਪਰ ਇਹ ਹੈ ਕਿ ਚੰਦ ਦੇ ਵੀ ਜਿਹੜੇ ਦੋ ਫੇਸ ਹੈ, ਸਾਨੂੰ ਇੱਕੇ ਫੇਸ ਦਿਖਦਾ ਹਮੇਸ਼ਾ। ਸੋ ਇੱਕ ਪਾਸੇ ਹਨੇਰਾ ਹੀ ਰਹਿੰਦਾ ਹੈ। ਪਰ ਇੱਕ ਅਵਸਥਾ ਉਹ ਆ ਜਾਣੀ ਹੈ ਜੀਵ ਤੇ ਕਿ ਸਸੀ ਘਰ ਸੂਰ ਵਸੈ। ਹੈ ਨਿਰਾਕਾਰੀ ਗੱਲ। ਜਦੋਂ ਮਨ ਦੇ ਅੰਦਰੋਂ ਸਾਰਾ ਹਨੇਰਾ ਜਾਂਦਾ, ਮਨ ਕੀ ਹੈ? ਮਨ ਮੈਂ ਆਪ, ਮਨ ਆਪਣੇ ਮਾਹੇ। ਜਦ ਮਨ ਆਪਣੇ ਮਾਹੇ ਆ ਗਿਆ, ਫਿਰ ਮਿਟਿਆ ਅੰਧਿਆਰਾ। ਉਹ ਅਵਸਥਾ ਦਾ ਵੀ ਥੋੜਾ ਇਸ਼ਾਰਾ ਹੈ। ਸੋ ਮੈਂ ਇੱਥੇ ਸਮਾਪਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਥੈਂਕ ਯੂ ਵੀਰ ਜੀ। ਹਾਂਜੀ, ਦਿਲਮੋਹਨ ਵੀਰ ਜੀ, ਐਨੀ ਫਾਈਨਲ ਥਾਟਸ? ਸਮਾਪਤੀ ਕਰੀ। ਹਾਂਜੀ, ਨਹੀਂ ਵੀਰ ਜੀ, ਠੀਕ ਹੈ ਜੀ, ਵੈਰੀ ਗੁੱਡ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਹਾਂਜੀ, ਸੁਰਜੀਤ ਵੀਰ ਜੀ। ਹਾਂਜੀ, ਸੁਰਜੀਤ ਵੀਰ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਕੁਝ ਐਡ? ਨਹੀਂ, ਆਈ ਥਿੰਕ ਸਾਰੀ ਗੱਲ ਆਪਾਂ ਕਲੀਅਰ ਕਰਤੀ ਹੈਗੀ। ਠੀਕ ਹੈ ਜੀ। ਆਲਮੋਸਟ ਆਪਾਂ ਸਾਰੇ ਇੱਕੋ ਹੀ ਵਿਚਾਰ ਤੇ ਖੜੇ ਹਾਂ ਕਿ ਬਸ ਮੇਰਾ ਜੋ ਵਿਚਾਰ ਹੁੰਦਾ ਉਹੀ ਹੁੰਦਾ ਕਿ ਅਸੀਂ ਗੁਰਬਾਣੀ ਜਿਹੜੀ ਹੈਗੀ, ਇਹਨੂੰ ਬਹੁਤਾ ਸਾਇੰਟੀਫਿਕ ਥਾਟ ਨਹੀਂ ਹੈਗੀ ਅਸਲੀਅਤ 'ਚ। ਇਹ ਗੱਲ ਤਾਂ ਗੁਰਬਾਣੀ ਨਿਰਾਕਾਰ ਵੀ ਕਰਦੀ ਹੈ। ਸਾਇੰਸ ਦੀ ਤਾਂ ਜਸਟ ਐਗਜ਼ਾਮਪਲ ਲੈ ਕੇ ਕੁਦਰਤ ਚੋਂ ਕਾਦਰ ਨੂੰ ਸਮਝਾਉਣ ਦਾ ਯਤਨ ਹੈ। ਸੋ ਬਸ ਜੀ, ਬਹੁਤ ਵਧੀਆ, ਵੈਰੀ ਗੁੱਡ। ਠੀਕ ਹੈ, ਥੈਂਕ ਯੂ ਜੀ ਸਾਰਿਆਂ ਦਾ, ਥੈਂਕ ਯੂ। ਤੇ ਫਿਰ ਅਗਲੇ ਹਫਤੇ ਆਪਾਂ ਤੀਜੇ ਸ਼ਬਦ ਨਾਲ ਵਿਚਾਰ ਸ਼ੁਰੂ ਕਰਾਂਗੇ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਥੈਂਕ ਯੂ।